2005 ਦੇ ਵਿੱਚ ਇੰਟਰਨੈਟ ਰਾਹੀਂ ਅਸੀਂ ਇੱਕ ਖਬਰ ਪੜ੍ਹੀ ਕਿ ਲੰਡਨ ਦੇ ਇੱਕ ਨਿਲਾਮ ਘਰ ਦੇ ਵਿੱਚ ਚੰਡੀਗੜ੍ਹ ਦਾ ਇੱਕ ਮੈਨਹੋਲ ਕਵਰ ਜਿਹਦੇ ਉੱਤੇ ਚੰਡੀਗੜ੍ਹ ਦਾ ਨਕਸ਼ਾ ਬਣਿਆ ਹੋਇਆ ਹੈ 11 ਲੱਖ ਦੇ ਕਰੀਬ ਵਿਕ ਗਿਆ। ਇਹ ਜਿਹੜਾ ਇੱਕ ਢੱਕਣ 11 ਲੱਖ ਦਾ ਵਿਕਿਆ, ਇਦਾਂ ਦੇ ਤਾਂ ਚੰਡੀਗੜ੍ਹ ਹਜ਼ਾਰਾਂ ਰੋਲੇ ਪਏ ਨੇ। ਗੱਲ ਕਿੱਥੋਂ ਆਈ ਕਿ ਵੀ ਹਿੰਦੁਸਤਾਨ ਕਦੀ ਸੋਨੇ ਦੀ ਚਿੜੀਆ ਹੁੰਦਾ ਸੀ ਦਾ ਕੀ ਮਤਲਬ ਹੈ? ਜਦੋਂ ਇੰਨਾ ਸਮਾਨ, ਇੰਨੀ ਵਿਰਾਸਤੀ ਚੀਜ਼ਾਂ ਸੈਂਕੜਾਂ ਕਰੋੜਾਂ ਦਾ ਇੱਥੇ ਰੁਲੀ ਜਾਂਦਾ ਸੜਕਾਂ ਤੇ ਪਿਆ, ਅਸੀਂ ਅੱਜ ਵੀ ਸੋਨੇ ਦੀ ਚਿੜੀਆ ਨਹੀਂ, ਸੋਨੇ ਦਾ ਸ਼ੇਰ ਹੈਗੇ ਆ। ਲੇਕਿਨ ਗੱਲ ਇਹਨੂੰ ਪਛਾਣਨ ਦੀ, ਪ੍ਰਸ਼ਾਸਨ ਕਿ ਜੀ ਅਸੀਂ ਤਾਂ ਸਮਾਨ ਵੇਚਿਆ ਹੀ ਕੋਈ ਨਹੀਂ, ਇਹ ਜਿੱਥੋਂ ਵਿਕ ਰਿਹਾ ਇਹ ਉਹ ਦੱਸਣਗੇ ਵੀ ਉਹਨਾਂ ਨੇ ਸਮਾਨ ਕਿੱਥੋਂ ਖਰੀਦਿਆ। ਇਹ ਇੱਕ ਨਵੀਂ ਚੀਜ਼ ਪੈਦਾ ਹੋ ਗਈ ਵੀ ਜਿਹੜਾ ਸਮਾਨ ਵਿਦੇਸ਼ 'ਚ ਵਿਕ ਰਿਹਾ ਇਹ ਆਇਆ ਕਿੱਥੋਂ ਹੈ। ਜਿਹੜਾ ਵਿਦੇਸ਼ਾਂ ਦੇ ਵਿੱਚ ਲੱਖਾਂ ਦਾ ਵਿਕ ਰਿਹਾ, ਕਰੋੜਾਂ ਦਾ ਸਾਰਾ ਸਮੂਹ ਹੋ ਜਾਂਦਾ ਹੈ, ਇੱਥੇ ਸਿਰਫ ਕਬਾੜ ਛੱਡੇ ਕੋਈ ਤਕਰੀਬਨ 50 ਕਰੋੜ ਦੇ ਕਰੀਬ ਇਹ ਸਮਾਨ ਵਿਕ ਚੁੱਕਾ ਹੈ ਮੇਰੀ ਨੌਲੇਜ ਵਿੱਚ। ਇਹਦਾ ਆંકੜਾ ਹੋਰ ਵੱਡਾ ਹੋ ਸਕਦਾ ਹੈ ਕਿਉਂਕਿ ਸਮਾਨ ਨਾ ਵਿਕਣ ਦੇ ਬਾਵਜੂਦ, ਇੱਥੋਂ ਨਾ ਵਿਕਣ ਦੇ ਬਾਵਜੂਦ ਵਿਕ ਰਿਹਾ। ਇਹਦਾ ਮਤਲਬ ਇਹ ਹੈ ਕਿ ਉੱਥੇ ਸਮਾਨ ਦਿਨ ਪ੍ਰਤੀ ਦਿਨ ਵਿਕ ਰਿਹਾ। ਜਿਹੜਾ ਸਮਾਨ 100 ਸਾਲ ਤੋਂ ਉੱਤੇ ਦਾ ਹੋਏਗਾ ਉਹਨੂੰ ਐਂਟੀਕ ਮੰਨਾਂਗੇ, ਉਹਦੇ ਬਾਰੇ ਸਾਡਾ ਕਾਨੂੰਨ ਜਿਹੜਾ ਹੈ ਐਕਟ ਕਰੇਗਾ। ਲੇਕਿਨ ਜਿਹੜਾ ਚੰਡੀਗੜ੍ਹ ਦਾ ਸਮਾਨ ਹੈ ਇਹ ਸਨ 1955 ਤੋਂ ਲੈ ਕੇ ਔਨਵਰਡ 65-66 ਤੱਕ ਬਣਦਾ ਰਿਹਾ। ਇਹ ਸਮਾਨ 100 ਸਾਲ ਤੋਂ ਘੱਟ ਦਾ, ਇਸ ਕਰਕੇ ਆਉਂਦਾ ਨਹੀਂ ਹੈ। ਉਹਨਾਂ ਨੇ ਅਸਿੱਧੇ ਰੂਪ ਤੇ ਜਾਂ ਸਿੱਧੇ ਰੂਪ ਤੇ ਨੂੰ ਨਕਾਰਤਾ। ਲੋਕਾਂ ਨੇ ਕਿਹਾ ਕਿ ਜੀ ਲੈ ਇਹ ਨਕਲੀ ਸਮਾਨ ਵਿਕਦਾ। ਮੈਂ ਕਿਹਾ ਗੱਲ ਇਹਦਾ ਨਕਲੀ ਨਹੀਂ ਵਿਕਦਾ। ਜਦੋਂ ਪੈਰਿਸ 'ਚ ਆਕਸ਼ਨ ਹੁੰਦੀ ਹੈ, ਜਿਹੜਾ ਬੰਦਾ ਖਰੀਦਣ ਜਾਂਦਾ ਉਹ ਪੁੱਛਦਾ ਵੀ ਇਹਦਾ ਕੀ ਪ੍ਰੂਫ ਹੈ, ਉਹ ਸਰਕਾਰ ਦੀ ਇੱਕ ਰਸੀਦ ਵਿਖਾਉਂਦਾ ਕਿ ਜੀ ਇਹ ਮੈਂ ਗਵਰਨਮੈਂਟ ਤੋਂ ਲਿਆ ਹੋਇਆ। ਉਹਨੂੰ ਕਹਿੰਦੇ ਇੱਕ ਸਰਟੀਫਿਕੇਟ। ਡਾਇਰੈਕਟਰ ਰੈਵਨਿਊ ਇੰਟੈਲੀਜੈਂਸ DRI ਮਹਾਰਾਸ਼ਟਰ ਨੇ ਸਾਰਾ ਸਮਾਨ, ਉਹਨਾਂ ਨੇ ਸਮਗਲਰ ਫੜੇ, ਬੰਦਿਆਂ ਦੇ ਨਾਮ ਲਿੱਤੇ, ਅਫਸਰਾਂ ਦੇ ਨਾਮ ਲੈ ਤੇ, ਚੰਡੀਗੜ੍ਹ ਦਾ ਨਹੀਂ ਸੀ ਪੰਜਾਬ ਦੇ ਬੰਦੇ ਸੀਗੇ, ਔਰ ਪੰਜਾਬ ਦੇ ਸਮਾਨ ਦਾ ਸਾਰਾ ਜ਼ਿਕਰ ਕਰ ਦਿੱਤਾ। ਔਰ ਉਹਨਾਂ ਨੇ ਇੱਥੋਂ ਤੱਕ ਕਹਿਤਾ ਵੀ ਜਦੋਂ ਸਮਾਨ ਬਾਹਰ ਜਾਂਦਾ ਉਹਦੇ ਵਿੱਚ ਨਕਲੀ ASI ਦੇ ਸਰਟੀਫਿਕੇਟ ਹੁੰਦੇ ਨੇ, ਆਰਕੀਓਲੋਜੀਕਲ ਸਰਵੇ ਆਫ ਇੰਡੀਆ ਦੇ, ਵੀ ਇਹ ਸਾਡੀ ਹੈਰੀਟੇਜ ਆਈਟਮ ਹੈ। ਉਹਦੇ ਵਿੱਚ ਜਦੋਂ ਫੋਰਨ ਸਮਾਨ ਵਿਕਦਾ ਨਾ, ਉਹਦੇ 'ਚ ਲਿਖਿਆ ਜਾਂਦਾ ਕਿ ਇਹ ਜਿਹੜਾ ਸਮਾਨ ਹੈ ਇਹ ਕਿੱਥੋਂ ਤੋਂ ਬਿਲੋਂਗ ਕਰਦਾ, ਓਰੀਜਨ ਉੱਥੇ ਲਿਖਿਆ ਹੁੰਦਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ। ਸਕਾਈ ਨਿਊਜ਼ ਪੰਜਾਬ ਦੇਖ ਰਹੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ। ਮੈਂ ਹਾਂ ਤੁਹਾਡੇ ਨਾਲ RS ਲਿਬਰੇਟ। ਚੰਡੀਗੜ੍ਹ ਦੁਨੀਆ 'ਚ ਇੱਕ ਵੱਖਰੀ ਪਛਾਣ ਰੱਖਦਾ ਹੈ ਆਪਦੀ ਵਿਰਾਸਤ ਕਰਕੇ, ਕਿਉਂਕਿ ਇਹਦੀ ਵਿਉਂਤਬੰਦੀ ਤੋਂ ਲੈ ਕੇ ਹਰ ਚੀਜ਼ ਦੇ ਨਿਰਮਾਣ ਦੇ ਵਿੱਚ ਇੰਨੀ ਬਰੀਕੀ ਨਾਲ ਦੇਖਿਆ ਗਿਆ ਕਿ ਉਹ ਵਿਲੱਖਣ ਹੋ ਨਿਬੜੇ। 2016 ਦੇ ਵਿੱਚ ਯੂਨੈਸਕੋ ਵੱਲੋਂ ਇਸ ਦੇ ਕੈਪੀਟਲ ਕੰਪਲੈਕਸ ਨੂੰ ਇੱਕ ਵਿਰਾਸਤੀ ਕੰਪਲੈਕਸ ਐਲਾਨਿਆ ਗਿਆ। ਪਰ ਉਸ ਤੋਂ ਪਹਿਲਾਂ ਵੀ ਵਿਦੇਸ਼ਾਂ ਨੇ ਇਹਦੀ ਅਹਿਮੀਅਤ ਨੂੰ ਸਮਝ ਲਿਆ ਸੀ, ਪਰ ਇੱਥੋਂ ਦੇ ਲੋਕਾਂ ਨੂੰ ਇੰਨੀ ਜਾਣਕਾਰੀ ਨਹੀਂ ਸੀ ਕਿ ਇੱਥੋਂ ਦੀਆਂ ਵਸਤਾਂ ਵਿਦੇਸ਼ਾਂ ਦੇ ਵਿੱਚ ਨਿਲਾਮ ਹੋ ਰਹੀਆਂ ਨੇ, ਜਾਂ ਕੁਛ ਸ਼ਾਤਿਲ ਬੰਦੇ ਇੱਥੋਂ ਦੀਆਂ ਚੀਜ਼ਾਂ ਨੂੰ ਲਿਆ ਕੇ ਵਿਰਾਸਤ 'ਚ ਵਿਦੇਸ਼ ਦੇ ਵਿੱਚ ਜਾ ਕੇ ਨਿਲਾਮ ਕਰਕੇ ਚੰਗਾ ਪੈਸਾ ਏਂਠ ਰਹੇ ਨੇ, ਅਤੇ ਇੱਥੋਂ ਦਾ ਨੁਕਸਾਨ ਵੱਡਾ ਹੋ ਰਿਹਾ ਹੈ। ਜਦੋਂ ਇੰਟਰਨੈਟ ਦਾ ਦੌਰ ਪੂਰੀ ਰੌਂ 'ਚ ਆਇਆ ਤਾਂ 2005 ਦੇ ਵਿੱਚ ਇਹ ਗੱਲ ਸਾਹਮਣੇ ਆਈ ਕਿ ਜਦੋਂ ਪਹਿਲੀ ਵਾਰੀ ਚੰਡੀਗੜ੍ਹ ਦਾ ਸੀਵਰ ਦਾ ਢੱਕਣ 11 ਲੱਖ ਦੇ ਕਰੀਬ ਨਿਲਾਮੀ 'ਚ ਵਿਕਿਆ। ਉਸ ਤੋਂ ਬਾਅਦ ਚੰਡੀਗੜ੍ਹ ਦੇ ਹਥੈਸ਼ੀਆਂ, ਇੱਥੋਂ ਦੇ ਜਿਹੜੇ ਜਾਣਕਾਰਾਂ ਨੇ ਇਸ ਨੂੰ ਗੌਰ ਨਾਲ ਭਾਂਪਿਆ ਅਤੇ ਇਸ ਦੀ ਪੈਰਵੀ ਕੀਤੀ ਕਿ ਕੌਣ ਲੋਕ ਨੇ, ਕਿਹੜੇ ਲੋਕ ਨੇ ਜਿਹੜੇ ਇੱਥੋਂ ਦੀ ਵਿਰਾਸਤ ਨੂੰ ਵਿਦੇਸ਼ਾਂ 'ਚ ਭੇਜ ਰਹੇ ਨੇ, ਅਤੇ ਜਿਸ ਕਰਕੇ ਇੰਨਾ ਖਮਿਆਜ਼ਾ ਸਾਨੂੰ ਭੁਗਤਣਾ ਪੈ ਰਿਹਾ ਹੈ, ਜਾਂ ਬਹੁਤ ਫਿਊਚਰ ਦੇ ਵਿੱਚ ਆ ਕੇ ਉਹ ਇੱਕ ਬਹੁਤ ਵੱਡਾ ਘਾਟਾ ਸਾਨੂੰ ਚੱਲਣਾ ਪੈ ਸਕਦਾ। ਇਸ ਮੁੱਦੇ ਨੂੰ ਸਮਝ ਕੇ ਚੰਡੀਗੜ੍ਹ ਤੋਂ ਸ਼੍ਰੀ ਅਜੇ ਕੁਮਾਰ ਜੱਗਾ ਜੀ ਪੇਸ਼ੇ ਤੋਂ ਜੋ ਵਕੀਲ ਨੇ, ਇਸ ਮੁੱਦੇ ਨੂੰ ਲੈ ਕੇ ਪ੍ਰਸ਼ਾਸਨ, ਕੇਂਦਰ ਸਰਕਾਰ ਦੇ ਨਾਲ ਮਿਲ ਕੇ ਉਹਨਾਂ 'ਤੇ ਧਿਆਨ 'ਚ ਲਿਆਉਂਦੇ ਰਹੇ ਕਿ ਇਹ ਵਸਤਾਂ ਕਦੋਂ, ਕਿੱਥੇ ਅਤੇ ਕਿਵੇਂ, ਕਿਹੜੀ ਸੰਸਥਾ ਵੇਚ ਰਹੀ ਹੈ ਅਤੇ ਕਿਹੜੇ ਅਦਾਰੇ ਇਸ ਦੇ ਜ਼ਿੰਮੇਵਾਰ ਨੇ, ਉਹਨਾਂ ਨੂੰ ਵਿਸ਼ੇਸ਼ ਤੌਰ 'ਤੇ ਪੱਤਰ ਪਾ ਕੇ ਦੱਸਦੇ ਰਹੇ। ਪਰ ਫਿਰ ਵੀ ਇਹ ਇੱਥੋਂ ਜ਼ਿੰਮੇਵਾਰ ਅਦਾਰਿਆਂ ਨੇ ਇਹਨੂੰ ਅਣਗੌਲਿਆਂ ਕੀਤਾ। ਸਟੇਟਸ ਸਥਿਤੀ ਅੱਜ ਉਹੀ ਹੈ
ਕਿ ਉਸ ਆਉਣ ਗਾਲੇਪਣ ਕਰਕੇ ਲਗਾਤਾਰ ਇਹ ਵਸਤਾਂ ਵਿਦੇਸ਼ 'ਚ ਵਿਕ ਰਹੀਆਂ ਨੇ। ਇਹਨਾਂ ਪ੍ਰਤੀ ਆਪਾਂ ਸ਼੍ਰੀ ਅਜੇ ਕੁਮਾਰ ਜੱਗਾ ਜੀ ਨਾਲ ਗੱਲ ਕਰਾਂਗੇ। ਸਾਡੇ ਨਾਲ ਜੁੜੇ ਨੇ ਸ਼੍ਰੀ ਅਜੇ ਕੁਮਾਰ ਜੱਗਾ ਜੀ। ਜੱਗਾ ਜੀ, ਸਕਾਈ ਨਿਊਜ਼ ਪੰਜਾਬ 'ਤੇ ਤੁਹਾਡਾ ਸਵਾਗਤ ਹੈ। ਥੈਂਕ ਯੂ ਜੀ, ਮਿਹਰਬਾਨੀ। ਪਹਿਲਾਂ ਇਸ ਮੁੱਦੇ ਨੂੰ ਪੂਰੀ ਚੰਗੀ ਤਰ੍ਹਾਂ ਸਮਝਾਓ ਕਿ ਤੁਹਾਡੇ ਧਿਆਨ 'ਚ ਕਦੋਂ ਆਇਆ, ਕਿਵੇਂ ਆਇਆ ਤੇ ਤੁਸੀਂ ਇਹਦੀ ਅਹਿਮੀਅਤ ਨੂੰ ਕਿਵੇਂ ਸਮਝਿਆ? ਦੇਖੋ, ਇਸ ਤਰ੍ਹਾਂ ਹੈ ਕਿ ਮੈਂ ਚੰਡੀਗੜ੍ਹ ਸੰਨ 1970 ਤੋਂ ਰਹਿ ਰਿਹਾ ਜੀ। ਔਰ ਇਹ ਗੱਲ ਪੱਕੀ ਹੈ ਕਿ 2005 ਤਾਈਂ ਕੋਈ ਬਹੁਤ ਜ਼ਿਆਦਾ ਇਸ ਚੀਜ਼ ਵੱਲ ਧਿਆਨ ਨਹੀਂ ਗਿਆ। ਆਪਣੇ ਸ਼ਹਿਰ ਦੇ ਬਾਰੇ ਪਤਾ ਸੀ, ਆਪਣੇ ਸ਼ਹਿਰ ਦੀ ਦੁਨੀਆ 'ਚ ਜਿਹੜੀ ਮਸ਼ਹੂਰੀ ਹੈ ਉਹਦੇ ਬਾਰੇ ਪਤਾ ਸੀ, ਆਪਣੇ ਸ਼ਹਿਰ ਦੀ ਵਿਰਾਸਤ ਬਾਰੇ ਪਤਾ ਸੀ, ਲੇਕਿਨ ਬਹੁਤੀ ਡਿਟੇਲ ਜਾਂ ਡੂੰਘਾਈ ਦੇ ਵਿੱਚ ਨਹੀਂ ਜਾ ਸਕੇ ਜੀ। ਲੇਕਿਨ 2000 ਦੇ ਵਿੱਚ ਹਿੰਦੁਸਤਾਨ 'ਚ ਜਦੋਂ IT ਦਾ ਦੌਰ ਆਇਆ ਤੇ ਇੰਟਰਨੈਟ ਚੱਲ ਪਿਆ, ਲੋਕੀ ਇੰਟਰਨੈਟ ਦੇ ਛੋਟੇ ਛੋਟੇ ਪੈਕੇਜ ਲੈਂਦੇ ਸੀ, ਇਹ ਵਧਣ ਲੱਗ ਗਏ। ਤੇ 2005 ਦੇ ਵਿੱਚ ਇੰਟਰਨੈਟ ਰਾਹੀਂ ਅਸੀਂ ਇੱਕ ਖਬਰ ਪੜ੍ਹੀ ਜਿਹੜੀ ਹਿੰਦੁਸਤਾਨ ਦੇ ਇੱਕ ਲੀਡਿੰਗ ਇੰਗਲਿਸ਼ ਅਖਬਾਰ ਨੇ ਵੀ ਛਾਪੀ। ਉਹਨਾਂ ਨੇ ਕਿਹਾ ਕਿ ਲੰਡਨ ਦੇ ਇੱਕ ਨਿਲਾਮ ਘਰ ਦੇ ਵਿੱਚ ਚੰਡੀਗੜ੍ਹ ਦਾ ਇੱਕ ਮੈਨਹੋਲ ਕਬਰ ਜਿਹਦੇ ਉੱਤੇ ਚੰਡੀਗੜ੍ਹ ਦਾ ਨਕਸ਼ਾ ਬਣਿਆ ਹੋਇਆ ਹੈ 11 ਲੱਖ ਦੇ ਕਰੀਬ ਵਿਕ ਗਿਆ ਜੀ। ਉਹਨੂੰ ਪੜ੍ਹਦਿਆਂ ਸਾਰ ਸਾਡਾ ਪੂਰਾ ਢਾਂਚਾ ਹਿੱਲ ਗਿਆ ਕਿ ਇਹ ਜਿਹੜਾ ਇੱਕ ਢੱਕਣ 11 ਲੱਖ ਦਾ ਵਿਕਿਆ, ਇੱਦਾਂ ਦੇ ਤਾਂ ਚੰਡੀਗੜ੍ਹ ਹਜ਼ਾਰਾਂ ਰੌਲੇ ਪਏ ਨੇ ਜੀ। ਔਰ ਇਹਨੂੰ ਮੱਦੇਨਜ਼ਰ ਰੱਖਦਿਆਂ ਸਾਡੇ ਦਿਮਾਗ 'ਚ ਆਇਆ ਵੀ ਇਹ ਗੱਲ ਕਿੱਥੋਂ ਆਈ ਕਿ ਵੀ ਹਿੰਦੁਸਤਾਨ ਕਦੀ ਸੋਨੇ ਦੀ ਚਿੜੀਆ ਹੁੰਦਾ ਸੀ ਦਾ ਕੀ ਮਤਲਬ ਹੈ? ਜਦੋਂ ਇੰਨਾ ਸਮਾਨ, ਇੰਨੀ ਵਿਰਾਸਤੀ ਚੀਜ਼ਾਂ, ਸੈਂਕੜਾਂ ਕਰੋੜਾਂ ਦਾ ਇੱਥੇ ਰੁਲੀ ਜਾਂਦਾ ਸੜਕਾਂ 'ਤੇ ਪਿਆ, ਅਸੀਂ ਅੱਜ ਵੀ ਸੋਨੇ ਦੀ ਚਿੜੀਆ ਨਹੀਂ, ਸੋਨੇ ਦਾ ਸ਼ੇਰ ਹੈਗੇ ਆ। ਲੇਕਿਨ ਗੱਲ ਹੈ ਇਹਨੂੰ ਪਛਾਣਨ ਦੀ। ਇਹਦੇ ਉੱਤੇ ਫਿਰ ਅਸੀਂ ਕੰਮ ਕਰਨਾ ਮੈਂ ਸ਼ੁਰੂ ਕੀਤਾ। ਕਿੱਥੇ ਕਿੱਥੇ ਆਕਸ਼ਨ ਹੁੰਦੀਆਂ ਨੇ ਉਹਦੀਆਂ ਲਿਸਟਾਂ ਕੱਢੀਆਂ, ਦੁਨੀਆ 'ਚ ਕੌਣ ਸਮਾਨ ਵੇਚਦਾ, ਚੰਡੀਗੜ੍ਹ ਦਾ ਕੀ ਸਮਾਨ ਵਿਕਦਾ, ਕਿਹੜੀਆਂ ਆਈਟਮਾਂ ਨੇ, ਇਹਦੇ ਬਾਰੇ ਫਿਰ ਹੌਲੀ ਹੌਲੀ ਗੌਰ ਫਰਮਾਉਣਾ ਸ਼ੁਰੂ ਕੀਤਾ ਤੇ ਛੋਟੀਆਂ ਛੋਟੀਆਂ ਆਕਸ਼ਨਾਂ ਢੂੰਡਣੀਆਂ ਸ਼ੁਰੂ ਕਰਤੀਆਂ। ਪ੍ਰਸ਼ਾਸਨ ਨੂੰ ਤੁਸੀਂ ਕਦੋਂ ਧਿਆਨ 'ਚ ਲਿਆਂਦਾ ਤੇ ਪ੍ਰਸ਼ਾਸਨ ਦਾ ਉਦੋਂ ਰਵੱਈਆ ਕੀ ਸੀ ਤੁਹਾਡੇ? ਪ੍ਰਸ਼ਾਸਨ ਦਾ ਇੱਦਾਂ ਹੈ ਕਿ 2009-10 ਦੇ ਵਿੱਚ ਇੱਕ ਅਖਬਾਰ ਇੰਗਲਿਸ਼ ਦਾ ਲੀਡਿੰਗ ਜਿਹੜਾ ਸੀ ਉਹਨਾਂ ਦਾ ਇੱਕ ਸਬ ਐਡੀਟਰ ਸੀ ਤੇ ਮੈਂ ਸੀ। ਉਹ ਬੰਦੇ ਨੇ ਬੜੀ ਸਾਨੂੰ ਹੌਸਲਾ ਅਫਜ਼ਾਈ ਦਿੱਤੀ। ਉਹਨੇ ਕਿਹਾ ਜੀ ਤੁਸੀਂ ਕਰੋ, ਅਸੀਂ ਇਹਨੂੰ ਚੱਕਾਂਗੇ। ਅਸੀਂ ਗਵਰਨਮੈਂਟ ਨੂੰ ਬਹੁਤ ਲਿਖਿਆ ਉਹਦੇ ਬਾਰੇ ਵੀ ਇੱਥੇ ਆ ਸਮਾਨ ਚੋਰੀ ਹੋ ਰਿਹਾ, ਇਹਨੂੰ ਰੋਕਿਆ ਜਾਏ, ਇਹਨੂੰ ਰੋਕਿਆ ਜਾਏ। ਅਸੀਂ ਉਸ ਵੇਲੇ ਤਾਂ ਸਿਰਫ ਚੰਡੀਗੜ੍ਹ ਪ੍ਰਸ਼ਾਸਨ ਨੂੰ ਲਿਖਿਆ ਜੀ ਉਦੋਂ। ਲੇਕਿਨ ਚੰਡੀਗੜ੍ਹ ਪ੍ਰਸ਼ਾਸਨ ਨੇ ਉਸ ਵੇਲੇ ਸੁਣਿਆ, ਲੇਕਿਨ ਕੋਈ ਬਹੁਤਾ ਇਹਦੇ ਉੱਤੇ ਗੌਰਿਆ ਨਹੀਂ ਗਿਆ ਜੀ। ਜਦੋਂ ਅਸੀਂ ਦੇਖਿਆ ਗੌਰਿਆ ਨਹੀਂ ਗਿਆ ਤੇ ਅਸੀਂ ਕਿਹਾ ਹਿੰਦੁਸਤਾਨ ਦੇ ਜਿਹੜਾ ਸੰਵਿਧਾਨ ਹੈ, ਕੌਨਸਟੀਟਿਊਸ਼ਨ ਹੈ, ਉਹਦੇ 3-4 ਆਰਟੀਕਲ ਨੇ 47 ਦੇ ਵਿੱਚ ਵੀ ਲਿਖਿਆ ਹੋਇਆ ਹੈ ਕਿ ਵੀ ਇਹ ਸਰਕਾਰ ਦੀ ਡਿਊਟੀ ਹੈ ਕਿ ਆਪਣੀ ਵਿਰਾਸਤ, ਆਪਣੀ ਹੈਰੀਟੇਜ ਨੂੰ ਸੰਭਾਲ ਕੇ ਰੱਖੇ। ਕਹਿਣ ਦਾ ਮਤਲਬ ਮੈਂਡੇਟ ਹੈ। ਸੁਪਰੀਮ ਕੋਰਟ ਨੇ ਕਈ ਜਜਮੈਂਟਾਂ 'ਚ ਕਿਹਾ ਕਿ ਵੀ ਸਰਕਾਰਾਂ ਦਾ ਮੈਂਡੇਟ ਹੈ ਆਪਣੀ ਵਿਰਾਸਤ ਸੰਭਾਲੋ। ਉਹਨੂੰ ਦੇਖਦਿਆਂ ਅਸੀਂ ਇੱਕ ਜਨਹਿਤ ਯਾਚਕਾ, ਜਿਹਨੂੰ ਆਪਾਂ PIL ਵੀ ਕਹਿੰਦੇ ਆ, ਇੱਥੇ ਪੰਜਾਬ ਹਰਿਆਣਾ ਹਾਈ ਕੋਰਟ 'ਚ ਦਾਇਰ ਕੀਤੀ। ਔਰ ਉਹ ਇੱਥੇ ਜਿਹੜੇ ਚੀਫ ਜਸਟਿਸ ਸੀਗੇ ਉਦੋਂ, ਰੰਜਨ ਗੋਗੋਈ ਜੀ, ਜਿਹੜੇ ਬਾਅਦ 'ਚ ਹਿੰਦੁਸਤਾਨ ਦੇ ਚੀਫ ਜਸਟਿਸ ਆਫ ਇੰਡੀਆ ਬਣੇ ਜੀ, ਉਹਨਾਂ ਦੇ ਕੋਲੋਂ ਕੇਸ ਸੁਣਵਾਈ ਹੋਈ। ਉੱਥੇ ਉਹਨਾਂ ਨੇ ਸਾਰਾ ਦੇਖ ਕੇ ਨੋਟਿਸ ਵੀ ਕੀਤਾ। ਪ੍ਰਸ਼ਾਸਨ ਨੇ ਜਵਾਬ ਜਦੋਂ ਦਿੱਤਾ, ਪ੍ਰਸ਼ਾਸਨ ਨੇ ਕਿਹਾ ਕਿ ਅਸੀਂ ਪੂਰੀ ਤਰ੍ਹਾਂ ਇਸ ਚੀਜ਼ ਬਾਰੇ ਜਾਣੂ ਹੋ ਚੁੱਕੇ ਹਾਂ ਔਰ ਅਸੀਂ ਇਹ ਅਸ਼ੋਰੈਂਸ ਦਿੰਦੇ ਹਾਂ ਕੋਰਟ ਨੂੰ ਕਿ ਅਸੀਂ ਇਹ ਸਮਾਨ ਨੂੰ ਨਾ ਡੈਮੇਜ ਹੋਣ ਦਿਆਂਗੇ, ਨਾ ਵਿਕਣ ਦਿਆਂਗੇ, ਇਹਦੀ ਪੂਰੀ ਤਰ੍ਹਾਂ ਖਿਆਲ ਰੱਖਾਂਗੇ। ਇਸ ਅਸ਼ੋਰੈਂਸ ਦੇ ਉੱਤੇ ਕੋਰਟ ਨੇ ਕਿਹਾ ਕਿ ਵੀ ਜਿਹੜੀ ਚੀਜ਼ ਤੁਸੀਂ ਸਰਕਾਰ ਦੇ ਸਾਹਮਣੇ ਲਿਆਉਣੇ ਚਾਹੁੰਦੇ ਸੀਗੇ ਉਹ ਆ ਗਈ ਹੈ। ਉਹਨਾਂ ਨੇ ਇਸ ਚੀਜ਼ ਨੂੰ ਐਗਜ਼ਾਮਿਨ ਵੀ ਕਰ ਲਿਆ ਤੇ ਐਕਸੈਪਟ ਵੀ ਕਰ ਲਿਆ ਤੇ ਇਸ ਕਰਕੇ ਇਹ ਜਿਹੜੀ ਜਨਹਿਤ ਯਾਚਕਾ ਹੈ ਉਹ ਇਸ ਦਿਸ਼ਾ ਦੇ ਨਾਲ ਖਤਮ ਕਰ ਦਿੱਤੀ ਜਾਂਦੀ ਹੈ ਕਿ ਪ੍ਰਸ਼ਾਸਨ ਆਪਣਾ ਹੈਰੀਟੇਜ ਵਕਫਾ ਸੰਭਾਲ ਕੇ ਰੱਖੇਗਾ। ਅਦਾਲਤ ਦੇ ਨਿਰਦੇਸ਼ਾਂ ਤੋਂ ਬਾਅਦ ਪ੍ਰਸ਼ਾਸਨ ਨੇ ਫਿਰ ਕੀ ਕਾਰਵਾਈ ਵਿੱਢੀ? ਪ੍ਰਸ਼ਾਸਨ ਨੇ ਇੱਦਾਂ ਕਿ ਉਸ ਤੋਂ ਬਾਅਦ ਕੋਈ ਖਾਸ ਨਹੀਂ ਹੋਇਆ, ਸਮਾਨ ਫਿਰ ਵੀ ਵਿਕਦਾ ਰਿਹਾ। ਲੇਕਿਨ ਇਹਦੇ ਵਿੱਚ ਇੱਕ ਲੀਗਲ ਪੇਚ ਫਸ ਗਿਆ। ਉਹ ਕਹਿਣ ਪ੍ਰਸ਼ਾਸਨ ਕਿ ਜੀ ਅਸੀਂ ਤਾਂ ਸਮਾਨ ਵੇਚਿਆ ਹੀ ਕੋਈ ਨਹੀਂ, ਇਹ ਜਿੱਥੋਂ ਵਿਕ ਰਿਹਾ ਇਹ ਉਹ ਦੱਸਣਗੇ ਵੀ ਉਹਨਾਂ ਨੇ ਸਮਾਨ ਕਿੱਥੋਂ ਖਰੀਦਿਆ।
ਇਹ ਇੱਕ ਨਵੀਂ ਚੀਜ਼ ਪੈਦਾ ਹੋ ਗਈ ਵੀ ਜਿਹੜਾ ਸਮਾਨ ਵਿਦੇਸ਼ 'ਚ ਵਿਕ ਰਿਹਾ ਇਹ ਆਇਆ ਕਿੱਥੋਂ ਹੈ, ਕਿਹੜੇ ਰਾਹ ਤੋਂ ਗਿਆ, ਕੌਣ ਲੈ ਕੇ ਗਿਆ, ਕਿਹੜੇ ਦਫ਼ਤਰੋਂ ਲੈ ਕੇ ਗਿਆ, ਕਿੰਨੇ ਦਾ ਲੈ ਕੇ ਚਲੋ ਗਿਆ। ਇਹ ਤਾਂ ਜਾਣਾਂਗੇ ਜਦੋਂ ਤੁਸੀਂ ਇਹ ਅਦਾਲਤ ਦੇ ਜ਼ਰੀਏ ਪ੍ਰਸ਼ਾਸਨ ਦੇ ਧਿਆਨ 'ਚ ਲਿਆਂਦਾ, ਅਦਾਲਤ ਨੇ ਦਿਸ਼ਾ ਨਿਰਦੇਸ਼ ਦੇ ਦਿੱਤੇ, ਉਸ ਦੌਰਾਨ ਵੀ ਕਿਹੜਾ ਕਿਹੜਾ ਸਮਾਨ ਵਿਕਿਆ, ਕਿਵੇਂ ਕਿਵੇਂ ਤੁਹਾਨੂੰ ਪਤਾ ਲੱਗਾ? ਜਿਹੜਾ ਸਮਾਨ ਵਿਕਦਾ ਸੀ ਨਾ, ਬੇਸਿਕਲੀ ਜਿਹੜਾ ਚੰਡੀਗੜ੍ਹ ਦਾ ਸਮਾਨ ਹੈ ਉਹਦੇ 'ਚ ਮੇਜਰ ਆਈਟਮਾਂ ਨੇ ਫਰਨੀਚਰ ਜੀ, ਫਰਨੀਚਰ ਦੇ ਵਿੱਚ ਕੁਰਸੀਆਂ ਨੇ, ਮੇਜ਼ਾਂ ਨੇ, ਇਹ ਬੇਸਿਕਲੀ ਸੋਫਾ ਸੈੱਟ ਨੇ, ਅਦਾਲਤੀ ਕੁਰਸੀਆਂ ਨੇ, ਅਦਾਲਤ ਦੇ ਵਿਟਨੈਸ ਬਾਕਸ ਨੇ ਜਿੱਥੇ ਗਵਾਹ ਖੜੇ ਹੋ ਕੇ ਗਵਾਹੀ ਦਿੰਦੇ ਨੇ। ਇਸ ਤੋਂ ਇਲਾਵਾ ਸੀਮੈਂਟ ਦੇ ਕੰਕਰੀਟ ਲਾਈਟ ਫਿਕਸਚਰ ਕਹਿੰਦੇ ਆ ਜਿਹੜੇ ਸੁਖਨਾ ਲੇਕ ਤੇ ਰੋਜ਼ ਗਾਰਡਨ ਲਾਈਟਾਂ ਲੱਗੀਆਂ ਨੇ 3-3 4-4 ਫੁੱਟ ਉੱਚੀਆਂ, ਉਹ ਸਮਾਨ ਹੈਗਾ। ਫਿਰ ਪੰਜਾਬ ਯੂਨੀਵਰਸਿਟੀ ਦੇ ਵਿੱਚ ਜਿਹੜੇ ਸਟੂਡੈਂਟ ਸੈਂਟਰ ਦੇ ਉੱਤੇ ਸਟੀਲ ਦੇ ਪੱਲੇ ਲੱਗੇ ਨੇ ਜੀ, ਖਿੜਕੀਆਂ ਦੇ ਵਿੱਚ ਹਵਾ ਦੇਣ ਲਈ, ਉਹ ਆਈਟਮਾਂ ਨੇ। ਇਹ ਸਾਰਾ ਸਮਾਨ ਜਿਹੜਾ ਸੀਗਾ ਇਹ ਵਿਕਦਾ ਰਿਹਾ। ਇੱਥੋਂ ਤੱਕ ਹਾਲਾਤ ਚਲੇ ਗਏ ਕਿ ਸੰਨ 2014 'ਚ ਫਰਾਂਸ ਦੀ ਇੱਕ ਇੱਥੇ ਡੈਲੀਗੇਸ਼ਨ ਆਈ। ਜਦੋਂ ਡੈਲੀਗੇਸ਼ਨ ਵਾਪਸ ਚਲੀ ਗਈ ਉਸ ਦੇ ਵਿੱਚ ਕੁਝ ਐਸੇ ਵਪਾਰੀ ਸੀ ਫ੍ਰੈਂਚ ਦੇ ਆਏ ਜਿਹੜੇ ਬਾਅਦ 'ਚੋਂ ਫੇਰ ਇੱਥੇ ਆਏ ਅਤੇ ਉਹਨਾਂ ਨੇ ਪ੍ਰਸ਼ਾਸਨ ਨੂੰ ਇੱਕ ਪ੍ਰਪੋਜ਼ਲ ਦਿੱਤੀ ਵੀ ਤੁਸੀਂ ਇਹ ਜਿਹੜਾ ਟੁੱਟਿਆ ਭੱਜਿਆ ਫਰਨੀਚਰ ਤੁਹਾਡੇ ਸਟੋਰਾਂ 'ਚ ਰੁੜ ਰਿਹਾ ਹੈ, ਜੇ ਕਿਤੇ ਸਾਨੂੰ ਦੇ ਦਿਓ ਚੰਗੇ ਪੈਸਿਆਂ 'ਚ, ਅਸੀਂ ਇਹਨੂੰ ਲੈ ਜਾਂਦੇ ਹਾਂ, ਅਸੀਂ ਇਹਦੀ ਸੰਭਾਲ ਵੀ ਕਰਾਂਗੇ। ਅਤੇ ਉਸ ਵੇਲੇ ਕੁਝ ਬੰਦਿਆਂ ਨੂੰ ਲੱਗਿਆ ਵੀ ਵਾਕਈ ਇਹ ਜਿਹੜਾ ਜੰਕ ਪਿਆ ਹੋਇਆ ਕਬਾੜ ਸਟੋਰ ਦੇ ਵਿੱਚ ਇਹ ਦੇ ਦਿੰਦੇ ਆ। ਚਲੋ ਤੁਹਾਡੀ ਗੱਲ ਤੋਂ ਇੱਕ ਬੜੀ ਜਾਨੀ ਕਿ ਹੈਰਾਨੀਜਨਕ ਗੱਲ ਸਾਹਮਣੇ ਆ ਰਹੀ ਹੈ ਕਿ ਜਿਹੜਾ ਵਿਦੇਸ਼ਾਂ ਦੇ ਵਿੱਚ ਲੱਖਾਂ ਦਾ ਵਿਕ ਰਿਹਾ, ਕਰੋੜਾਂ ਦਾ ਸਾਰਾ ਸਮੂਹ ਹੋ ਜਾਂਦਾ, ਇੱਥੇ ਸਿਰਫ ਕਬਾੜ 'ਚ ਸੁੱਟਿਆ ਪਿਆ, ਇੱਥੇ ਕਬਾੜ 'ਚ ਸੁੱਟਿਆ ਪਿਆ ਸੀ। ਔਰ ਉਹ ਜਿਹੜੇ ਫ੍ਰੈਂਚ ਆਏ ਉਹਨਾਂ ਨੇ ਕਿਹਾ ਕਿ ਜਿਹੜਾ ਸਮਾਨ ਤੁਹਾਡਾ ਸਟੋਰ ਦੇ ਵਿੱਚ ਜੰਕ ਬਣ ਕੇ ਸੜਦਾ ਗਲਦਾ ਪਿਆ, ਇਹਨੂੰ ਸਾਨੂੰ ਦੇ ਦਿਓ, ਅਸੀਂ ਇਹਦਾ ਸੁਧਾਰ ਕਰ ਦਿਆਂਗੇ। ਤੁਸੀਂ ਇੱਕ ਦਰਸ਼ਕਾਂ ਨੂੰ ਇਹ ਜ਼ਰੂਰ ਕਲੀਅਰ ਕਰੋ ਕਿ ਇੱਥੇ ਤਾਂ ਕਬਾੜ 'ਚ ਪਿਆ, ਵਿਦੇਸ਼ਾਂ ਦੇ ਵਿੱਚ ਉਸ ਚੀਜ਼ ਨੂੰ ਇੰਨੀ ਬਹੁਮੁੱਲੀ ਕਿਉਂ ਸਮਝਿਆ ਜਾਂਦਾ, ਇਹੋ ਜਿਹੀ ਕੀ ਖਾਸੀਅਤ ਹੈ ਉਹ 'ਚ? ਇਸ ਤਰ੍ਹਾਂ ਹੈ, ਇਹਦੇ ਵਿੱਚ ਜਾਣਾ ਪਏਗਾ ਆਪਾਂ ਨੂੰ। ਥੋੜ੍ਹੀ ਜਿਹੀ 1 ਮਿੰਟ ਲਵਾਂਗਾ ਇਤਿਹਾਸਿਕ ਗੱਲਾਂ 'ਤੇ। ਜੀ, ਜਿਹੜਾ ਸਾਡਾ ਹਿੰਦੁਸਤਾਨ ਮੁਲਕ ਹੈ ਨਾ, ਸਾਡੇ ਲੋਕ ਬਹੁਤ ਇਨੋਸੈਂਟ ਹੈ ਔਰ ਅਸੀਂ ਜਿਨ੍ਹਾਂ ਹਾਲਾਤਾਂ 'ਚੋਂ ਗੁਜ਼ਰੇ ਸੰਨ 47 ਤੋਂ ਬਾਅਦ, ਪਾਰਟੀਸ਼ਨ ਤੋਂ ਬਾਅਦ, ਅਸੀਂ ਲੋਕ ਆਪਣੇ ਰੋਜ਼ਮर्रा ਦੀ ਜ਼ਿੰਦਗੀ 'ਚ ਉਲਝ ਗਏ। ਖਾਣਾ ਕੀ ਹੈ, ਪੀਣਾ ਕੀ ਹੈ, ਰੋਟੀ ਦਾ ਹਿੱਲਾ ਕਰਨਾ ਹੈ, ਘਰ ਦਾ ਹਿੱਲਾ ਕਰਨਾ ਹੈ, ਇਹਨਾਂ ਗੱਲਾਂ। ਜੇ ਕਿਸੇ ਵਿਰਾਸਤ ਦੀ ਗੱਲ ਕਰੋ, ਕਹਿੰਦਾ ਵਿਰਾਸਤ, ਉਹ ਯਾਰ ਗੱਲ ਹੈ ਵੀ ਮੇਰਾ ਤਾਂ ਨੌਕਰੀ ਨਹੀਂ ਲੱਗਦੀ, ਵਿਰਾਸਤ ਨੂੰ ਦਬਾ ਕਰ। ਮਤਲਬ ਵਿਰਾਸਤ ਕਿਸੇ ਦੇ ਜ਼ਿਹਨ 'ਚ ਹੀ ਨਹੀਂ ਸੀ ਵੀ ਇਹਦਾ ਕੋਈ ਮੁੱਲ ਹੈ ਨਹੀਂ, ਹੋਰ ਮੁਫਾਜ਼ਾਂ 'ਚ ਉਲਝ ਗਏ, ਹੋਰ ਮੁਹਾਜ਼ਾ ਚੁਲਝ ਗਏ। ਇਹਦੇ ਵੱਲ ਕੋਈ ਗੌਰਿਆ ਨਹੀਂ, ਗੈਰਿਆ ਨਹੀਂ, ਪਰਵਾਹ ਹੀ ਨਹੀਂ ਕੀਤੀ। ਉਹਨੂੰ ਲੱਗਿਆ ਮੈਂ ਤਾਂ ਆਪਣਾ ਕੰਮ ਵੇਖਾਂ। ਜਦ ਕਿ ਵਿਦੇਸ਼ਾਂ ਦੇ ਵਿੱਚ ਜਿਹੜੇ ਮੁਲਕ ਇਕਨੋਮਿਕਲੀ ਡਿਵੈਲਪ ਨੇ, ਚਾਹੇ ਉਹ ਯੂਨਾਈਟਿਡ ਕਿੰਗਡਮ ਹੈ, ਚਾਹੇ ਅਮਰੀਕਾ ਹੈ, ਅਤੇ ਚਾਹੇ ਯੂਰਪ ਹੈ, ਈਵਨ ਇਜ਼ਰਾਈਲ ਜੀ, ਇਹਨਾਂ ਕੰਟਰੀਆਂ ਦੇ ਵਿੱਚ ਜਿਹੜਾ ਉਹਨਾਂ ਦਾ ਵਰਸਾ ਹੈ, ਜਿਹੜੀ ਉਹਨਾਂ ਦੀ ਹੈਰੀਟੇਜ ਹੈ, ਉਹਦਾ ਬਹੁਤ ਜ਼ਿਆਦਾ ਮੁੱਲ ਹੈ, ਬਹੁਤ ਜ਼ਿਆਦਾ ਆਦਰ ਸਤਿਕਾਰ ਹੈ। ਅਤੇ ਜਿਹੜੇ 2 ਬੰਦੇ ਜਿਨ੍ਹਾਂ ਨੇ ਚੰਡੀਗੜ੍ਹ ਬਣਾਇਆ ਅਤੇ ਚੰਡੀਗੜ੍ਹ ਦਾ ਫਰਨੀਚਰ ਦਾ ਡਿਜ਼ਾਈਨ ਕੀਤਾ, ਉਹਨਾਂ ਦਾ ਨਾਮ ਜਿਹੜਾ ਤਾਂ ਆਰਕੀਟੈਕਟ ਸੀ ਪੰਡਿਤ ਜਵਾਹਰ ਲਾਲ ਨਹਿਰੂ ਨੇ ਰੱਖਿਆ, ਉਹਦਾ ਨਾਮ ਸੀ ਮੌਨ ਲੀ ਕਾਰਬੂਜ਼ੀਅਰ ਜੀ, ਜਿਹਨੇ ਸ਼ਹਿਰ ਬਣਾਇਆ ਜੀ। ਇੱਕ ਉਹਦਾ ਭਾਈ ਸੀ ਕਜ਼ਨ ਬ੍ਰਦਰ ਜੀ, ਉਹਦਾ ਨਾਮ ਸੀ ਪਿਰੇ ਜੌਨਰੇ ਜੀ। ਪਿਰੇ ਜੌਨਰੇ ਜਿਹੜਾ ਸੀਗਾ ਉਹ ਜ਼ਿਆਦਾਤਰ ਡਿਜ਼ਾਈਨਿੰਗ ਕਰਦਾ ਸੀਗਾ ਸਮਾਨ ਦੀ, ਜਿਹੜਾ ਸ਼ਹਿਰ ਦੇ ਵਿੱਚ ਸ਼ਹਿਰ ਬਣਨ ਤੋਂ ਬਾਅਦ ਰੱਖਿਆ ਗਿਆ ਸਕੂਲਾਂ 'ਚ, ਕਾਲਜਾਂ, ਯੂਨੀਵਰਸਿਟੀ, ਹਾਈ ਕੋਰਟਾਂ 'ਚ। ਹੁਣ ਪਿੱਛੇ ਜੇ ਮੈਂ ਥੋੜੀ ਗੱਲ ਐਡ ਕਰਦਾ ਥੋੜੀ ਜੀ, ਉਹਦੇ ਘਰ ਨੂੰ ਜਿੱਥੇ ਉਹ ਰਹਿੰਦਾ ਰਿਹਾ ਉਹਨੂੰ ਵੀ ਇੱਕ ਮਿਊਜ਼ੀਅਮ ਨੂੰ ਡਿਵੈਲਪ ਕਰ ਦਿੱਤਾ। ਹਾਂ ਬਿਲਕੁਲ, 5 ਸੈਕਟਰ 'ਚ ਇੱਥੇ ਉਹ ਘਰ ਹੈ ਜਿੱਥੇ ਉਹ ਲੋਕ ਰਿਹਾ ਕਰਦੇ ਸੀਗੇ। ਉਸ ਘਰ ਨੂੰ, ਉਸ ਕੋਠੀ ਨੂੰ, ਬੰਗਲੇ ਨੂੰ ਕਹਿ ਲਓ, ਉਹਨੂੰ ਵੀ ਮਿਊਜ਼ੀਅਮ ਡਿਕਲੇਅਰ ਕਰ ਦਿੱਤਾ ਗਿਆ। ਅਤੇ ਜਿਹੜਾ ਸਮਾਨ ਉਸ ਵੇਲੇ ਦਾ ਹੈਗਾ ਸੀ ਉਹ ਕੋਠੀ 'ਚ ਇੱਦਾਂ ਹੀ ਸੈੱਟ ਕਰਕੇ ਰੱਖ ਦਿੱਤਾ ਗਿਆ। ਚਲੋ ਉਸ ਸਮੇਂ ਦੇ ਦੌਰਾਨ ਜਦੋਂ ਇਹ ਧਿਆਨ 'ਚ ਆਉਂਦਾ ਮਾਮਲਾ, ਉਦੋਂ ਬਾਅਦ ਤੁਸੀਂ ਗੌਰ ਕਰਦੇ ਹੋ, ਮੀਡੀਆ 'ਚ ਆਉਂਦਾ, ਕਿਹੜਾ ਸਮਾਨ ਨੂੰ ਕਿੰਨੀ ਕੀ ਕੁਆਂਟੀਟੀ 'ਚ ਵਿਕਿਆ ਸੀ, ਕਿਹੜੇ ਦੇਸ਼ਾਂ 'ਚ ਵਿਕਿਆ, ਇਹ ਕਿੰਨੀ ਕੀ ਕੀਮਤ 'ਚ ਵਿਕਿਆ? ਇਹ ਸਮਾਨ ਜਿਹੜਾ ਨਾ ਜੀ, ਇਹ ਮੋਸਟਲੀ ਅਮਰੀਕਾ, ਇੰਗਲੈਂਡ, ਯੂਰਪ ਔਰ ਇਜ਼ਰਾਈਲ, ਇਹਨਾਂ ਮੁਲਕਾਂ ਦੇ ਵਿੱਚ ਸਮਾਨ ਵਿਕਦਾ ਰਿਹਾ। ਔਰ ਜਦੋਂ ਇਹ ਸਮਾਨ ਵਿਕਦਾ ਰਿਹਾ, ਮੇਰਾ ਆਪਣਾ ਅੰਦਾਜ਼ਾ ਹੈ, ਮੇਰੀ ਨੌਲੇਜ ਦੇ ਹਿਸਾਬ ਨਾਲ
ਕੋਈ ਤਕਰੀਬਨ 50 ਕਰੋੜ ਦੇ ਕਰੀਬ ਇਹ ਸਮਾਨ ਵਿਕ ਚੁੱਕਾ ਹੈ ਮੇਰੀ ਨੌਲੇਜ ਵਿੱਚ। ਇਹਦਾ ਆંકੜਾ ਹੋਰ ਵੱਡਾ ਹੋ ਸਕਦਾ ਹੈ ਕਿਉਂਕਿ ਸਮਾਨ ਨਾ ਵਿਕਣ ਦੇ ਬਾਵਜੂਦ, ਇੱਥੋਂ ਨਾ ਵਿਕਣ ਦੇ ਬਾਵਜੂਦ ਵਿਕ ਰਿਹਾ। ਇਹਦਾ ਮਤਲਬ ਇਹ ਹੈ ਕਿ ਉੱਥੇ ਸਮਾਨ ਦਿਨ ਪ੍ਰਤੀ ਦਿਨ ਵਿਕ ਰਿਹਾ। ਕਦੋਂ ਗਿਆ, ਕਿਵੇਂ ਸਮਗਲ ਹੋਇਆ, ਡਾਟੇ ਨਹੀਂ ਹੈ। ਪਰ 50 ਕਰੋੜ ਦਾ ਡਾਟਾ ਤਾਂ ਛੋਟਾ ਜਿਹਾ, ਜਿਹੜਾ ਮੈਂ ਖੁੱਲ੍ਹ ਕੇ ਕਹਿ ਸਕਦਾ ਹਾਂ ਵੀ ਇੰਨੇ ਦਾ ਤਾਂ ਕਿਤੇ ਪਤਾ ਹੀ ਨਹੀਂ ਲੱਗਿਆ ਕਿੱਥੇ ਚਲਾ ਗਿਆ। ਚਲੋ ਹੁਣ ਤੁਸੀਂ ਦੱਸੋ, ਜੋ ਨਿਰਦੇਸ਼ਾਂ ਤੋਂ ਬਾਅਦ ਧਿਆਨ 'ਚ ਆ ਗਿਆ, ਮੀਡੀਆ 'ਚ ਆ ਗਿਆ, ਪ੍ਰਸ਼ਾਸਨ ਇਹਦੇ ਸੰਬੰਧੀ ਕਿਹੋ ਜਿਹੀਆਂ ਕਾਰਵਾਈਆਂ ਵਿੱਢੀਆਂ? ਇਹ ਜਦੋਂ ਆ ਗਿਆ ਫਿਰ ਅਸੀਂ ਹਿਸਾਬ ਲਗਾਇਆ ਕਿ ਬਈ ਇਹ ਕਾਰਵਾਈ ਨਹੀਂ ਕੁਛ ਹੁੰਦੀ ਪਈ। ਅਸੀਂ ਇੱਥੋਂ ਹਿਸਾਬ ਲਾਇਆ ਵੀ ਇੱਥੇ 5-6 ਥਾਵਾਂ ਨੇ ਜਿੱਥੇ ਸਮਾਨ ਹੈ ਅੱਡ ਅੱਡ। ਜੀ। ਪ੍ਰਸ਼ਾਸਨ ਇੱਕ ਹੋ ਗਿਆ, ਪੰਜਾਬ ਯੂਨੀਵਰਸਿਟੀ ਇੱਕ ਆਟੋਨੋਮਸ ਬੋਡੀ ਹੈ, ਉਹਦੇ ਕੋਲ ਬੇਇੰਤਹਾ ਇਹ ਸਮਾਨ ਪਿਆ। ਜੀ। ਪੰਜਾਬ ਯੂਨੀਵਰਸਿਟੀ ਤੋਂ ਇਲਾਵਾ ਪੀਜੀਆਈ ਜਿਹੜਾ ਹਸਪਤਾਲ ਹੈ, ਇਹ ਵੀ ਆਟੋਨੋਮਸ ਬੋਡੀ ਹੈ, ਇਹਦੇ ਕੋਲ ਵੀ ਬੇਇੰਤਹਾ ਸਮਾਨ ਪਿਆ। ਜੀ। ਇੱਥੇ ਵੀ ਚੋਰੀ ਹੋਇਆ, ਪਰਚੇ ਹੋਏ। ਜੀ। ਪੰਜਾਬ ਯੂਨੀਵਰਸਿਟੀ ਵੀ ਸਮਾਨ ਚੋਰੀ ਹੋਇਆ, ਪਰਚੇ ਹੋਏ। ਚੋਰੀਆਂ ਹੁਣ ਵੀ ਚੱਲੀ ਜਾ ਰਹੀਆਂ ਨੇ, ਪਰਸੋਂ ਵੀ ਹੋਈ ਹੈ। ਇਸ ਤੋਂ ਇਲਾਵਾ ਪੰਜਾਬ ਤੇ ਹਰਿਆਣਾ ਦੀ ਸਰਕਾਰਾਂ ਕੋਲ ਢੇਰ ਹੈ। ਸੈਕਟੇਰੀਏਟ ਚਲ ਜਾਓ, ਭਰਿਆ ਪਿਆ ਸਮਾਨ ਉੱਥੇ, ਸਾਈਡ ਤੇ ਲਾਇਆ ਪਿਆ ਕਬਾੜ। ਹਾਂ, ਕਬਾੜ ਚ ਲਾਇਆ ਪਿਆ। ਜੀ। ਇਸ ਤੋਂ ਇਲਾਵਾ ਅਸੈਂਬਲੀ ਬਿਲਡਿੰਗ ਹੈ ਮੇਨ, ਜਿੱਥੇ ਪੰਜਾਬ ਹਰਿਆਣਾ ਦੀਆਂ ਸਰਕਾਰਾਂ ਬਹਿੰਦੀਆਂ ਨੇ। ਜੀ। ਜਿੱਥੇ ਅਸੀਂ ਵਿਰਸੇ ਦੀਆਂ ਗੱਲਾਂ ਕਰਦੇ ਹਾਂ, ਆਪਣਾ ਵਿਰਸਾ ਤਾਂ ਸੰਭਾਲਦੇ ਨਹੀਂ ਆਪਾਂ। ਉਸ ਤੋਂ ਇਲਾਵਾ ਪੰਜਾਬ ਹਰਿਆਣਾ ਹਾਈ ਕੋਰਟ ਹੈ ਬਿਲਡਿੰਗ, ਉੱਥੇ ਵੀ ਬਹੁਤ ਸਮਾਨ। ਯਾਨੀ ਕਹਿਣ ਦਾ ਮਤਲਬ ਹੈ ਜਿਹੜੀਆਂ ਚੰਡੀਗੜ੍ਹ ਦੀਆਂ ਮੇਨ ਇਮਾਰਤਾਂ ਨੇ, ਵੱਡੇ ਅਦਾਰੇ ਨੇ, ਉੱਥੇ ਇਹ ਸਾਰਾ ਸਮਾਨ ਅਲੱਗ-ਅਲੱਗ ਰੂਪ ਦੇ ਵਿੱਚ ਪਿਆ। ਐਬਸੋਲੂਟਲੀ। ਤੇ ਜਿਹਨੂੰ ਬਾਹਰਲੇ ਵਿਦੇਸ਼ੀ ਸਮਝਦੇ ਆ ਉਹਦੀ ਕੀਮਤ, ਆਪਾਂ ਉਹਦੀ ਕੀਮਤ ਨਹੀਂ ਸਮਝਦੇ। ਤੇ ਚਲੋ ਆਮ ਬੰਦੇ ਨੂੰ ਤਾਂ ਇਸ ਗੱਲ ਦਾ ਨਹੀਂ ਪਤਾ। ਜਿਹੜੇ ਆਪਣੇ ਪ੍ਰਸ਼ਾਸਨ ਦੇ ਵਿੱਚ ਵੀ, ਜਾਂ ਆਪਾਂ ਸੈਂਟਰ ਦੀ ਗੱਲ ਕਰੀਏ, ਉੱਥੇ ਵੀ ਵਿਸ਼ੇਸ਼ ਵਿਭਾਗ ਨੇ ਜਿਹੜੇ ਪੁਰਾਣੀਆਂ ਵਿਰਾਸਤਾਂ ਨੂੰ ਸੰਭਾਲ ਦੀ ਜ਼ਿੰਮੇਵਾਰੀ ਹੈ। ਉਹਨਾਂ ਨਾਲ ਗੱਲਬਾਤ ਤੁਸੀਂ ਕੀਤੀ? ਹਾਂ, ਇਹ ਮੈਂ ਹੁਣ ਤੁਹਾਨੂੰ ਇਹਦੇ ਬਾਰੇ ਜਾਣਕਾਰੀ ਦੇ ਦਿੰਦਾ। ਕੀ ਹੈ ਕਿ ਜਿਹੜੀ ਸਾਡੀ ਕਮੇਟੀ ਹੈ, ਇਹ ਕਮੇਟੀ ਬਣਾਈ ਸੀ ਵਿਜੇ ਦੇਵ ਨੇ, ਜਿਹੜੇ ਅੱਜ ਕੱਲ੍ਹ ਦਿੱਲੀ ਚੀਫ ਸੈਕਟਰੀ ਹੈ। ਜੀ। ਇਸ ਕਮੇਟੀ ਦੇ ਵਿੱਚ ਆਰਕੀਓਲੋਜੀਕਲ ਸਰਵੇ ਆਫ ਇੰਡੀਆ ਵਾਲੇ ਵੀ ਇਹਦੇ ਸਦੱਸਿਆ ਨੇ ਤੇ ਮੈਂਬਰ ਹੈਗੇ ਨੇ। ਜੀ। ਸੋ ਜਿਹੜਾ ਪੁਰਾਣੀਆਂ ਚੀਜ਼ਾਂ ਦਾ ਮਾਸਟਰ ਵਿਭਾਗ ਹੈ, ਉਹ ਵੀ ਇਹਦੇ ਸਦੱਸਿਆ ਨੇ। ਜੀ। ਲੇਕਿਨ ਉਹ ਜਦੋਂ ਸਾਡੀ ਕਮੇਟੀ 'ਚ ਆਏ, ਉਹਨਾਂ ਨਾਲ ਡਿਸਕਸ਼ਨ ਹੋਈ, ਗੱਲਬਾਤ ਹੋਈ, ਤਾਂ ਉਹਨਾਂ ਨੇ ਕਿਹਾ ਕਿ ਜੀ ਜਿਹੜਾ ਇੱਕ ਐਂਟੀਕੁਇਟੀਜ਼ ਦਾ ਐਕਟ ਹੈਗਾ, ਉਹਦੇ 'ਚ ਇਹ ਲਿਖਿਆ ਕਿ ਜਿਹੜਾ ਸਮਾਨ 100 ਸਾਲ ਤੋਂ ਉੱਤੇ ਦਾ ਹੋਏਗਾ, ਜੀ, ਉਹਨੂੰ ਐਂਟੀਕ ਮੰਨਾਂਗੇ। ਉਹਦੇ ਬਾਰੇ ਸਾਡਾ ਕਾਨੂੰਨ ਜਿਹੜਾ ਹੈ ਐਕਟ ਕਰੇਗਾ। ਲੇਕਿਨ ਜਿਹੜਾ ਚੰਡੀਗੜ੍ਹ ਦਾ ਸਮਾਨ ਹੈ, ਇਹ ਸੰਨ 1955 ਤੋਂ ਲੈ ਕੇ ਔਨਵਰਡ 65-66 ਤੱਕ ਬਣਦਾ ਰਿਹਾ। ਇਹ ਸਮਾਨ 100 ਸਾਲ ਤੋਂ ਘੱਟ ਦਾ, ਉਸ ਕੈਟਾਗਰੀ 'ਚ ਆਉਂਦਾ ਨਹੀਂ ਹੈ। ਉਹਨਾਂ ਨੇ ਅਸਿੱਧੇ ਰੂਪ ਤੇ ਜਾਂ ਸਿੱਧੇ ਰੂਪ ਤੇ ਨੂੰ ਨਕਾਰਤਾ। ਜੀ। ਅਸੀਂ ਫਿਰ ਉਹ ਜਿਹੜਾ ਐਂਟੀਕੁਇਟੀਜ਼ ਦਾ ਆਰਟ ਟ੍ਰੇਜਰ ਦਾ ਐਕਟ ਹੈਗਾ ਜੀ, ਉਹਦੀ ਫਿਰ ਪੂਰਾ ਅਧਿਐਨ ਕੀਤਾ। ਅਸੀਂ ਉਹਦੇ ਵਿੱਚ ਕਿਹਾ ਵੀ ਇਹਦੇ 'ਚ ਇੱਕ ਆਈਟਮ ਆਉਂਦੀ ਹੈ ਆਰਟ ਟ੍ਰੇਜਰ। ਜੀ। ਆਰਟ ਟ੍ਰੇਜਰ ਉਹ ਆਦਮੀ ਹੈ ਜਿਹੜੀ 5 ਸਾਲ 7 ਸਾਲ 10 ਸਾਲ 20 ਸਾਲ ਜਦੋਂ ਮਰਜ਼ੀ ਬਣਾਈ ਹੋਵੇ, ਤੇ ਜਿਹਦਾ ਬਣਾਉਣ ਵਾਲਾ ਮਰ ਚੁੱਕਾ ਹੋਵੇ, ਉਸ ਚੀਜ਼ ਨੂੰ ਜੇ ਭਾਰਤ ਸਰਕਾਰ ਆਰਟ ਟ੍ਰੇਜਰ ਨੋਟੀਫਾਈ ਕਰ ਦੇ, ਉਹਦੀ ਸੇਲ, ਪਰਚੇਜ਼, ਐਕਸਪੋਰਟ ਬੈਨ ਹੋ ਜਾਏਗਾ। ਜੀ। ਤਾਂ ਇਸ ਕਰਕੇ ਜੇ ਅਸੀਂ ਐਂਟੀਕ 'ਚ ਨਹੀਂ ਆਉਂਦੇ ਤਾਂ ਆਰਟ ਟ੍ਰੇਜਰ 'ਚ ਆ ਜਾਵਾਂਗੇ। ਜੀ। ਫਿਰ ਅੱਗੇ ਕਾਰਵਾਈ? ਫਿਰ ਅੱਗੇ ਅਸੀਂ ਜੀ ਸਮਾਨ ਸਾਰਾ ਫਰੋਲਿਆ। ਤੇ ਬੜੀ ਅਜੀਬ ਗੱਲ ਹੈ ਕਿ 2016 ਦੀ ਮੀਟਿੰਗ ਬਣਨ ਤੋਂ ਬਾਅਦ ਜਦੋਂ ਸਮਾਨ ਫਰੋਲਿਆ ਗਿਆ, ਉਹਦੇ 'ਚ 2011 ਦਾ ਇੱਕ ਆਰਡਰ ਲੱਭ ਗਿਆ, 22 ਫਰਵਰੀ 2011 ਦਾ ਆਰਕਾਈਵ ਦੇ ਵਿੱਚ। ਜੀ। ਜਿਹੜਾ ਮਿਨਿਸਟਰੀ ਆਫ ਹੋਮ ਅਫੇਅਰ ਨੇ ਜਾਰੀ ਕੀਤਾ ਸੀ 22 ਫਰਵਰੀ 2011, ਯਾਨੀ ਇੱਕ ਦਹਾਕਾ ਪਹਿਲਾਂ ਦੀ ਗੱਲ ਹੋ। ਉਹਦੇ ਵਿੱਚ ਸਪੈਸ਼ਲ ਆਰਡਰ ਕੀਤੇ ਹੋਏ ਨੇ ਕਿ ਚੰਡੀਗੜ੍ਹ ਦੇ ਵਿੱਚ ਜਿਹੜਾ ਸਮਾਨ ਕਾਰਬੂਜ਼ੀਅਰ ਤੇ ਜੌਨਰੇ ਦਾ ਬਣਾਇਆ ਵਿਦੇਸ਼ਾਂ 'ਚ ਕਰੋੜਾਂ ਰੁਪਈਆ 'ਚ ਵਿਕ ਰਿਹਾ ਹੈ, ਇਹਦੀ ਡਿਸਪੋਜ਼ਲ, ਸੇਲ, ਐਕਸਪੋਰਟ ਤੇ ਪੂਰਾ ਬੈਨ ਲਾ ਦਿੱਤਾ ਜਾਂਦਾ ਹੈ। ਜੀ। 2011 'ਚ। ਚਲੋ 2011 ਦੇ ਆਰਡਰ ਨੇ, ਹਾਂ, ਮੰਤਰਾਲੇ ਵੱਲੋਂ ਆਰਡਰ ਨੇ, ਪ੍ਰਸ਼ਾਸਨ ਨੂੰ ਨਿਰਦੇਸ਼ ਨੇ। ਆਪਣਾ ਜਿਹੜੇ ਨਾਲ ਚੰਡੀਗੜ੍ਹ ਆਉਂਦਾ ਵੀ ਸੈਂਟਰ ਦੇ ਅੰਡਰ ਹੀ ਹੈ। ਸੈਂਟਰ ਦੇ ਅੰਡਰ। ਉਸ ਤੋਂ ਇਲਾਵਾ ਹੈ ਹੀ MHA ਦੇ ਹੇਠ ਹੁੰਦਾ। ਹਾਂ, MHA ਦੇ ਹੇਠ ਹੁੰਦਾ। ਫਿਰ ਵੀ ਉਹ ਦੇਖੋ 10 ਸਾਲ ਤਾਂ ਬੀਤ ਹੀ ਗਏ ਹੈ, ਤੇ ਹਜੇ ਤੱਕ ਬਾਦ ਦਸਤੂਰ ਕਿਹਾ ਜਾਵੇ ਤਾਂ ਉਹ ਹੀ ਚੋਰੀ ਵੀ ਹੋ ਰਹੀ ਹੈ, ਫੜਿਆ ਵੀ ਨਹੀਂ ਜਾ ਰਿਹਾ।
ਕਮੇਟੀ ਵੀ ਬਣ ਗਈ ਤੇ 10000 ਤਾਂ ਪਹਿਲਾਂ, ਤਾਂ 10 ਸਾਲ ਤੋਂ ਪਹਿਲਾਂ ਦੇ ਆਰਡਰ ਤੋਂ ਵੀ ਹਜੇ ਕੋਈ ਅਮਲ ਨਹੀਂ ਹੋਇਆ ਜਾਂ ਕੋਈ ਐਸੀ ਨੀਤੀ ਨਹੀਂ ਬਣਾਈ ਗਈ? ਇਹਨਾਂ ਨੇ ਕੋਈ ਬਹੁਤ ਜ਼ਿਆਦਾ ਅਮਲ, ਬਹੁਤਾ ਧਿਆਨ ਨਹੀਂ ਕੀਤਾ। ਇਹ ਜਿਹੜੀ ਹੈ ਨਾ ਕਾਵਾਂ ਰੌਲੀ ਦੇ ਵਿੱਚ ਬੀਤ ਗਿਆ ਜੀ, ਇਹਦਾ ਕੰਮ ਹੈ, ਇਹਦਾ ਕੰਮ, ਇਹਨੂੰ ਇਹ ਮਹਿਕਮਾ ਸੰਭਾਲੇਗਾ, ਉਹ ਮਹਿਕਮਾ ਸੰਭਾਲੇਗਾ, ਉਹਦੇ 'ਚ ਰੁਲ ਗਿਆ। ਅਸੀਂ 2016 'ਚ ਸਮਝ ਗਏ ਵੀ ਇੱਥੇ ਗੱਲ ਨਹੀਂ ਬੰਦੀ ਪਈ। ਅਸੀਂ 16 ਦੇ ਵਿੱਚ CBI ਕੋਲ ਚਲੇ ਗਏ। ਅੱਛਾ ਜੀ। CBI ਨੂੰ ਕਿਹਾ ਜਾ ਕੇ ਕਿ ਜੀ ਇਹ ਤਾਂ ਬੰਦੇ ਕੁਝ ਕਰਦੇ ਨਹੀਂ ਹੈਗੇ, ਹਾਂਜੀ, ਇੰਨਾ ਸਮਾਨ ਵਿਕ ਰਿਹਾ, ਇਹਦਾ ਕੀ ਕਰਨਾ? ਉਹ ਕਹਿੰਦਾ ਜੀ ਇਹਨੂੰ ਅਸੀਂ ਡੀਲ ਨਹੀਂ ਕਰਦੇ, ਤੁਸੀਂ ਇਹ ਗੱਲ ਡੀਲ ਤਾਂ ਹੋਏਗੀ ਇੰਟਰਪੋਲ ਕੋਲ। ਅੱਛਾ ਜੀ। CBI ਦਾ ਇੱਕ ਇੰਟਰਪੋਲ ਦਾ ਸੈੱਲ ਹੈ ਜੀ, ਇਹ ਦਿੱਲੀ ਬਹਿੰਦੇ ਜੀ। ਅਸੀਂ ਇੱਥੋਂ ਦਿੱਲੀ ਚਲੇ ਗਏ, ਹਾਂਜੀ। ਅਸੀਂ ਇੰਟਰਪੋਲ ਵਾਲਿਆਂ ਕੋਲ ਗਏ। ਅਸੀਂ ਕਿਹਾ ਜੀ ਆਹ ਸਮਾਨ ਹੈ, ਵਿਰਾਸਤ ਵਿਕੀ ਜਾਂਦੀ ਹੈ, ਕਰੋੜਾਂ ਰੁਪਏ ਦਾ ਸਮਾਨ ਹੈ, ਇਹਦੇ ਬਾਰੇ ਕੋਈ ਗੱਲ ਕਰੋ। ਉਹ ਕਹਿੰਦੇ ਦਰਖਾਸਤ ਦੇ ਜੋ, ਉਹਨਾਂ ਨੂੰ ਦਰਖਾਸਤ ਦੇ ਗਏ। ਹਾਂਜੀ। ਜਦੋਂ ਉਹਨੂੰ ਦਰਖਾਸਤ ਦੇਤੀ ਤਾਂ ਉਹਨਾਂ ਨੇ ਇੱਥੇ CBI ਨੂੰ ਚਿੱਠੀ ਲਿਖਤੀ ਕਿ ਤੁਸੀਂ ਇਹਦੀ ਕੋਈ ਤਫਤੀਸ਼ ਕਰ ਲਓ। ਹਾਂਜੀ। ਨਾਲੇ ਉਹਨਾਂ ਨੇ ਸਾਨੂੰ ਕਿਹਾ ਵੀ ਤੁਸੀਂ ਚੰਡੀਗੜ੍ਹ ਪੁਲਿਸ ਕੋਲ ਜਾ ਕੇ ਇਹਦੀ FIR ਕਿਉਂ ਨਹੀਂ ਦਰਜ ਕਰਾਉਂਦੇ? ਮਾਮਲਾ ਦਰਜ ਕਰੋ। ਅਸੀਂ 2:30 ਵਜੇ ਸਾਨੂੰ ਚਿੱਠੀ ਆਈ ਇੰਟਰਪੋਲ ਦੀ, 4 ਵਜੇ ਅਸੀਂ SSP ਦੇ ਕੋਲ ਕੇ ਜੀ ਆ ਲਓ CBI ਦੀ ਉਦੋਂ SSP ਕੌਣ ਸੀਗੇ? ਸੁਖਚੈਨ ਸਿੰਘ। ਸੁਖਚੈਨ ਸਿੰਘ ਗਿੱਲ, ਠੀਕ ਹੈ ਜੀ। ਉਹ ਕਹਿੰਦੇ ਕੋਈ ਗੱਲ ਨਹੀਂ, ਉਹਨਾਂ ਨੇ ਉਸੇ ਵੇਲੇ ਉਹਦੀ DDR ਦਰਜ ਕਰਾਤੀ ਜੀ। ਉਹ ਕਹਿੰਦੇ DDR ਦਰਜ ਕਰਾਤੀ, ਕਾਰਵਾਈ ਸ਼ੁਰੂ ਕਰ ਦਾਂਗੇ। ਹੋ ਗਿਆ। CBI ਕੋਲ ਗਿਆ, CBI ਵਾਲੇ ਕਹਿੰਦੇ ਜੀ ਅਸੀਂ ਦੇਖ ਰਹੇ ਹਾਂ, ਪੁਲਿਸ ਵਾਲੇ ਵੀ ਦੇਖ ਰਹੇ ਨੇ, ਤੁਹਾਡੇ ਕੋਲ ਜੋ ਡਾਟਾ ਦੇ ਦਿਓ। ਉਹਨਾਂ ਨੂੰ ਜੋ ਡਾਟਾ ਦੇ ਦਿੱਤਾ। ਉਸ ਤੋਂ ਬਾਅਦ ਹਾਲਾਤ ਇਹ ਹੋ ਗਿਆ ਕਿ ਇੱਕ ਦਿਨ ਇੱਕ ਬੰਦਾ ਮਦਰਾਸ ਦਾ ਇੱਥੇ ਆ ਗਿਆ ਜੀ, ਮੈਂ CBI ਦਾ ਆਦਮੀ ਹਾਂ, ਸ਼ਿਮਲੇ ਦੇ ਵਿੱਚ ਘੰਟੀ ਚੋਰੀ ਹੋ ਗਈ। ਅੱਛਾ। 300 ਕਿਲੋ ਬ੍ਰਿਟਿਸ਼ ਟਾਈਮ ਦੀ। ਉਹਦੇ ਉੱਤੇ ਹਿਮਾਚਲ ਹਾਈ ਕੋਰਟ ਨੇ CBI ਨੂੰ ਕਿਹਾ ਜੀ ਤੁਸੀਂ ਇਹਨੂੰ ਲੱਭੋ। ਉਹ ਬੰਦਾ ਮੇਰੇ ਕੋਲ ਆ ਗਿਆ ਕਿ ਜੀ ਤੁਸੀਂ ਵਿਰਾਸਤ 'ਚ ਬਹੁਤ ਡੀਲ ਕਰਦੇ ਹੋ, ਤੁਹਾਡੀ ਜਾਣਕਾਰੀ ਹੈ। ਮੈਂ ਬੜਾ ਹੈਰਾਨ ਹੋ ਗਿਆ ਵੀ ਦੱਸੋ, CBI ਦਾ ਬੰਦਾ ਮੇਰੇ ਕੋਲ ਪੁੱਛਣ ਆ ਗਿਆ ਵੀ ਘੰਟੀ ਬਾਰੇ ਤੁਸੀਂ ਮੈਨੂੰ ਦੱਸੋ ਕਿੱਥੇ। ਮੈਂ ਕਿਹਾ ਜੀ ਮੈਨੂੰ ਕੋਈ ਜਾਣਕਾਰੀ ਨਹੀਂ ਹੈ, ਲੇਕਿਨ ਮੈਂ ਆਪ ਜ਼ਰੂਰ ਕੰਮ ਕਰ ਰਿਹਾ। ਸੋ CBI ਆਈ, CBI ਨੇ ਵੀ ਅੱਗੇ ਕੁਝ ਨਹੀਂ ਕੀਤਾ। ਅੱਛਾ ਜੀ। ਪੁਲਿਸ ਨੂੰ ਦੇਤਾ ਸੀਗਾ, ਪੁਲਿਸ ਨੇ ਕਿਹਾ ਜੀ ਅਸੀਂ ਇਨਕੁਆਇਰੀ ਕਰਦੇ ਪਏ ਹਾਂ, ਫਿਰ ਕੁਝ ਨਹੀਂ ਹੋਇਆ। ਇਸ ਕਰਕੇ 2016 'ਚ ਆਰਡਰ ਲੱਭਣ ਤੋਂ ਬਾਅਦ, MHA ਦਾ ਆਰਡਰ ਆਉਣ ਤੋਂ ਬਾਅਦ ਥੋੜਾ ਜਿਹਾ ਹਰਕਤ ਹੋਈ, ਲੇਕਿਨ ਉਸ ਤੋਂ ਬਾਅਦ ਵਿਜੇ ਦੇਵ ਚਲੇ ਗਏ ਵਾਪਸ ਦਿੱਲੀ। ਉਹ ਜੋ ਵਿਜੇ ਦੇਵ ਐਡਵਾਈਜ਼ਰ ਹੁੰਦੇ ਸੀ ਜਦੋਂ, ਉਦੋਂ ਹੁੰਦੇ ਸੀਗੇ। ਉਸ ਤੋਂ ਬਾਅਦ ਪਰਿਮਲ ਰਾਏ ਆ ਗਏ। ਪਰਿਮਲ ਰਾਏ ਨਾਲ ਅਸੀਂ ਗੱਲ ਕੀਤੀ, ਉਹਨਾਂ ਨੇ ਕਿਹਾ ਕਿ ਮੈਂ ਪੂਰੀ ਸਪੋਰਟ ਤੁਹਾਨੂੰ ਦਿਆਂਗਾ, ਦੱਸੋ। ਉਹਨਾਂ ਦਿਨਾਂ ਦੇ ਵਿੱਚ ਇੱਕ ਟੈਲੀਫੋਨ ਆ ਗਿਆ ਅਸਿਸਟੈਂਟ ਡਾਇਰੈਕਟਰ ਕਸਟਮ ਦਾ ਤੁਗਲਕਾਬਾਦ ਤੋਂ। ਅੱਛਾ ਉਹ ਜੀ। ਕਹਿੰਦਾ ਜੀ ਮੈਂ ਕਸਟਮ 'ਚ ਅਸਿਸਟੈਂਟ ਡਾਇਰੈਕਟਰ ਹਾਂ, ਤੁਹਾਡੀ ਪੋਸਟਿੰਗ ਕਿੱਥੇ ਹੈ? ਹਾਂਜੀ। ਜਦੋਂ ਉਹਨੇ ਮੈਨੂੰ ਗੱਲ ਕਹੀ ਮੈਂ ਸਮਝ ਗਿਆ ਵੀ ਇਹਨੂੰ ਕੋਈ ਗਲਤਫਹਿਮੀ ਹੋ ਗਈ ਹੈ, ਸਮਝਦਾ ਮੈਂ ਕੋਈ ਸਰਕਾਰੀ ਅਫਸਰ ਹਾਂ। ਤਾਂ ਮੈਂ ਕਿਹਾ ਜੀ ਮੈਂ ਤਾਂ ਇੱਥੇ ਹੀ ਹਾਂ ਔਰ ਮੈਂ ਵਕਾਲਤ ਕਰਦਾ। ਉਹ ਕਹਿੰਦਾ ਨਹੀਂ, ਇਹ ਮਸਲਾ ਹੈਗਾ ਹੈਰੀਟੇਜ ਦਾ। ਜੀ। ਮੈਂ ਸਮਝ ਗਿਆ। ਮੈਂ ਕਿਹਾ ਜੀ ਦੱਸੋ। ਉਹ ਕਹਿੰਦੇ ਅਸੀਂ ਕਿੱਥੇ ਕੰਸਾਈਨਮੈਂਟ ਰੋਕੀ 8 ਕੁਰਸੀਆਂ ਦੀ, ਔਰ ਉਹ ਚੰਡੀਗੜ੍ਹ ਦੀ ਲੱਗਦੀ ਹੈ। ਮੈਂ ਤੁਹਾਡੇ ਅਖਬਾਰਾਂ 'ਚ ਪੜ੍ਹਿਆ, ਉਹਦੇ ਵੀਡੀਓ ਵੇਖੀਆਂ ਨੇ, ਤੁਸੀਂ ਇਹਦੇ ਬਾਰੇ ਪੂਰਾ ਜਾਣੂ ਕਰਾਇਆ, ਤੇ ਜੇ ਤੁਹਾਡਾ ਕੁਝ ਗੱਲਬਾਤ ਬੰਦੀ ਹੈ ਰੋਕ ਲਓ, ਮੇਰੇ ਕੋਲ ਅਖਤਿਆਰ ਹੈ, ਮੈਂ ਇਹਨੂੰ ਇਨੀਸ਼ੀਅਲੀ ਹਫਤੇ ਲਈ ਰੋਕ ਸਕਦਾ। ਜਿਹੜੀ ਪਹਿਲਾਂ ਇਹ ਮਾਮਲਾ ਫੜਿਆ ਗਿਆ ਜੀ, ਇਹ ਕਿਹੜੇ ਸਾਲ ਦੀ ਗੱਲ ਹੈ? ਇਹ ਗੱਲ ਹੈ ਜੀ 2017-18 ਦੇ ਵਿੱਚ। ਯਾਨੀ ਕਿੰਨੇ ਸਮੇਂ ਬਾਅਦ ਇੱਕ ਪਹਿਲਾ ਮਾਮਲਾ ਫੜਿਆ ਗਿਆ ਤੇ ਉਸ ਤੋਂ ਬਾਅਦ ਕੀ ਹੋਇਆ ਜੀ? ਉਦੋਂ ਬਾਅਦ ਕੀ ਹੋਇਆ ਕਿ ਮੈਨੂੰ ਉਹ ਐਡਵਾਈਜ਼ਰ ਨੂੰ, ਮੈਨੂੰ 2:30 ਵਜੇ ਫੋਨ ਆਇਆ ਦੁਪਹਿਰੇ। ਮੈਂ ਐਡਵਾਈਜ਼ਰ ਸਾਹਿਬ ਨੂੰ ਫੋਨ ਕੀਤਾ, ਜਿਹੜੇ ਚੇਅਰਮੈਨ ਸੀ ਕਮੇਟੀ ਦੇ ਉਸ ਵੇਲੇ ਮਿਸਟਰ ਕਪਿਲ ਸੇਤੀਆ, ਉਹਨਾਂ ਨੂੰ ਫੋਨ ਕੀਤਾ। ਸਾਰਿਆਂ ਨੇ ਪੂਰਾ ਸਮਰਥਨ ਕੀਤਾ। ਉਹਨਾਂ ਨੇ ਕਿਹਾ ਸਵੇਰੇ 9:15 ਵਜੇ ਬੈਠਕ, 9:15 ਵਜੇ UT ਸੈਕਟਰੀਏਟ ਮੀਟਿੰਗ ਹੋ ਗਈ, ਉਹਨਾਂ ਨੂੰ ਸਮਝਾਇਆ ਗਿਆ। ਉਸ ਤੋਂ ਬਾਅਦ ਮੈਂ ਐਡਵਾਈਜ਼ਰ ਸਾਹਿਬ ਨੂੰ ਮਿਲਿਆ। ਉਹ ਕਹਿੰਦੇ ਦੱਸੋ ਕੀ? ਮੈਂ ਕਿਹਾ ਜੀ ਟੀਮ ਭੇਜਣੀ ਹੈ ਦਿੱਲੀ ਤੁਰੰਤ। ਉਹਨਾਂ ਨੇ ਕਿਹਾ ਕੋਈ ਗੱਲ ਨਹੀਂ। ਅਸੀਂ ਟੀਮ ਭੇਜ ਦਿੱਤੀ ਪੁਲਿਸ ਦੀ ਸਿੱਧੀ ਦਿੱਲੀ। ਉਹ ਗਏ ਉੱਥੇ, ਉਹਨਾਂ ਨੇ ਜਾ ਕੇ ਕਿਹਾ, ਉੱਥੋਂ ਦੀ ਫੋਨ ਕੀਤਾ ਜੀ ਸਮਾਨ ਦੇਖ ਲਿਆ, ਲੱਗਦਾ ਚੰਡੀਗੜ੍ਹ ਦਾ, ਪਰ ਇਹ ਬੰਦੇ ਕਹਿੰਦੇ ਤੁਸੀਂ ਤਾਂ ਪੁਲਿਸ ਵਾਲੇ ਹੋ, ਤੁਹਾਡੇ ਕੋਲ ਟੈਕਨੀਕਲ ਨੋ ਹਾਊ ਨਹੀਂ, ਤੁਸੀਂ ਕਿੱਦਾਂ ਸਰਟੀਫਾਈ ਕਰ ਸਕਦੇ ਹੋ ਵੀ ਇਹ ਹੈਰੀਟੇਜ ਹੈ ਫਲਾਣਾ ਜੀ। ਅਸੀਂ ਕਿਹਾ ਇਹ ਵੀ ਗੱਲ ਠੀਕ ਹੈ। ਅਸੀਂ ਫਿਰ ਐਡਵਾਈਜ਼ਰ ਸਾਹਿਬ ਨੂੰ ਕਿਹਾ ਕਿ ਜੀ ਹੁਣ ਜੁਆਇੰਟ ਟੀਮ ਜਾਏਗੀ, ਇੱਕ ਆਰਕੀਟੈਕਚਰ ਮਹਿਕਮਾ, ਇੱਕ ਪੁਲਿਸ, ਇੱਕ ਮਾਹਿਰ ਜਾਣ ਕੇ ਉਸ ਗੱਲ ਨੂੰ ਸਮਝਣ ਵਾਲੇ, ਇੱਕ ਜਿਹੜੇ ਆਪਣੀ ਇੰਪਲੀਮੈਂਟ ਕਰਨ। ਇੱਕ ਅਗਲੇ ਦਿਨ ਹੀ ਜੀ ਤੁਸੀਂ ਦੇਖੋ, ਅਗਲੇ ਦਿਨ ਫਿਰ ਸਵੇਰੇ ਦੋਹੇ ਟੀਮਾਂ ਦਿੱਲੀ, ਸਮਾਨ ਆਇਡੈਂਟੀਫਾਈ ਕੀਤਾ। ਸਮਾਨ ਆਇਡੈਂਟੀਫਾਈ ਕਰਨ ਤੋਂ ਬਾਅਦ ਅਸੀਂ ਵਾਪਸ ਆ ਗਏ। ਫਿਰ ਕਸਟਮ ਵਾਲਿਆਂ ਨੂੰ ਕਿਹਾ, ਉਹਨਾਂ ਨੇ ਕਿਹਾ ਜੀ ਠੀਕ ਹੈ ਬੰਦੇ ਆਇਡੈਂਟੀਫਾਈ ਕਰ ਗਏ ਨੇ, ਅਸੀਂ ਸਮਾਨ ਤੁਹਾਡਾ ਸਾਈਡ 'ਤੇ ਕਰਤਾ, ਕੰਸਾਈਨਮੈਂਟ ਪੁੱਟ ਔਨ ਹੋਲਡ ਕਰਤੀ, ਹੁਣ ਤੁਸੀਂ ਆਪਣਾ FIR ਦਾ ਪਰਚਾ ਕਰੋ, ਤਾਂ ਅਸੀਂ ਸਮਾਨ ਚੰਡੀਗੜ੍ਹ ਟ੍ਰਾਂਸਫਰ ਕਰਾਂਗੇ। ਅੱਛਾ ਜੀ। ਉਹ ਜਾਨੀ ਪ੍ਰਕਿਰਿਆ ਤੇ ਇੰਨਾ ਸਮਾਂ ਲੱਗਿਆ, ਫਿਰ ਉਹ ਸਮਾਨ ਵਾਪਸ ਆ ਗਿਆ ਸੀ?
ਸਮਾਨ ਵਾਪਸ ਆ ਗਿਆ। ਉਹ ਸਮਾਨ ਦੇ ਵਿੱਚ ਐਡੀ ਕਹਾਣੀ ਹੈ। ਉਹ ਸਮਾਨ 'ਚ ਇੱਕ ਕੁਰਸੀ ਸੀਗੀ। ਉਹ ਬੰਦੇ ਕਹਿਣ ਕਿ ਜੀ ਇਹ ਸਮਾਨ ਹੈਰੀਟੇਜ ਹੈ, ਇਹ ਕਿੱਦਾਂ ਪ੍ਰੂਵ ਹੋਏਗਾ? ਉਹਦਾ ਪਤਾ ਲਾਇਆ, ਉਹ ਕਹਿੰਦੇ ਜਿਹੜੀ ਲੱਕੜ ਹੈਗੀ ਆ ਇਹ ਦੇਹਰਾਦੂਨ ਤੋਂ, ਇਹਦੀ ਟੈਸਟਿੰਗ ਕਰਾ ਲਓ ਫੋਰੈਸਟ FRI ਤੋਂ। ਉਹ ਕਹਿੰਦੇ 70,000 ਰੁਪਇਆ ਲੱਗਦਾ ਹੈ। ਉਹ ਦਿਓ ਤਾਂ ਕਰਾਂਗੇ। ਗਵਰਨਮੈਂਟ ਨੇ ਸਪੋਰਟ ਕੀਤੀ, ਅਸੀਂ ਲੱਕੜ ਟੈਸਟ ਕਰਾਈ। ਉਹ ਕਹਿੰਦੇ ਯੈਸ ਇਹ ਲੱਕੜ ਉਸ ਟਾਈਮ ਦੀ ਲੱਕੜ ਹੈ, ਆਈਡੈਂਟੀਫਾਈ ਹੋ ਗਈ। ਫਿਰ ਕਿਹਦਾ ਸਮਾਨ ਹੈ ਇਹਦਾ ਰੌਲਾ ਪੈ ਗਿਆ। ਮਾਲਕ ਕੌਣ ਹੈ ਇਹਦਾ? ਪੰਜਾਬ ਸਰਕਾਰ, ਹਰਿਆਣਾ ਸਰਕਾਰ, ਚੰਡੀਗੜ੍ਹ, ਪੰਜਾਬ ਯੂਨੀਵਰਸਿਟੀ, PGI। ਫਿਰ ਇੱਕ ਆਈਟਮ ਸੀ ਕੁਰਸੀ, ਉਹਦੇ ਪਿੱਛੇ ਲਿਖਿਆ ਸੀ PUL 116। ਅਸੀਂ ਐਡਵਾਈਜ਼ਰ ਸਾਹਿਬ ਨੂੰ ਕਿਹਾ ਜੀ ਆਹ ਪੰਜਾਬ ਯੂਨੀਵਰਸਿਟੀ ਲੱਗਦੀ। ਉਹਨਾਂ ਨੇ ਤੁਰੰਤ ਫੋਨ ਕੀਤਾ ਵਾਈਸ ਚਾਂਸਲਰ ਨੂੰ, ਆਪਣਾ ਮਿਸਟਰ ਅਰੁਣ ਗਰੋਵਰ ਸੀਗੇ। ਉਹਨਾਂ ਨੇ ਕਿਹਾ ਮੇਰੇ ਕੋਲ 4 ਵਜੇ ਆ ਜਾਓ। 4 ਵਜੇ ਉੱਥੇ ਕਮੇਟੀ ਦੀ ਮੀਟਿੰਗ ਕਾਲ ਕਰ ਲਈ, ਸਾਰੇ ਮਹਿਕਮੇ ਵਾਲੇ ਬੁਲਾ ਲਏ, ਉਹਨਾਂ ਦੀ ਇਨਵੈਂਟਰੀਆਂ ਬੁਲਾ ਲਈਆਂ। ਮੈਂ ਕਿਹਾ ਜੀ ਇਹ PUL 116 ਇੱਕ ਰਜਿਸਟਰ 'ਚ ਲੱਭ ਗਿਆ, ਪੰਜਾਬ ਯੂਨੀਵਰਸਿਟੀ ਲਾਇਬ੍ਰੇਰੀ। ਉਹ ਕਹਿੰਦੇ ਜੀ ਲਾਇਬ੍ਰੇਰੀ ਦੀ ਕੁਰਸੀ ਚੋਰੀ ਹੋਈ। ਅੱਛਾ ਚਲੋ, ਇਹ ਤਾਂ ਇਹ ਪ੍ਰਕਿਰਿਆ ਦੀ ਮਾਮਲਾ ਹੋ ਗਿਆ। ਜਦੋਂ ਉਹ ਚੀਜ਼ ਫੜੀ ਗਈ, ਕੀ ਉਹ ਚੋਰੀ ਕਰਨ ਵਾਲੇ ਜਿਹੜੇ ਉੱਥੋਂ ਤੱਕ ਲਿਜਾਣ ਵਾਲੇ ਇਹ ਫੜੇ ਨਹੀਂ ਗਏ? ਬੜੇ ਅਜੀਬ ਗੱਲ ਹੈ ਕਿ ਪੰਜਾਬ ਯੂਨੀਵਰਸਿਟੀ ਦੇ ਜਿਹੜੇ ਬੰਦੇ ਆਏ ਮੀਟਿੰਗ ਦੇ ਵਿੱਚ, ਉਹ ਕਹਿਣ ਲੱਗੇ ਜੀ ਇਹ ਕੁਰਸੀ ਪਹਿਲੀ ਗੱਲ ਤਾਂ ਹੋ ਸਕਦਾ ਸਾਡੀ ਹੋਵੇ, ਹਾਲਾਂਕਿ ਉੱਪਰ ਲਿਖਿਆ ਕਹਿੰਦੇ ਇਹ ਉਹੀ ਹੈ ਕਿ ਨਹੀਂ ਹੈ। ਨੰਬਰ 2 ਕਿ ਇਹ ਜਿਹੜੀ ਕੁਰਸੀ ਹੈ ਇਹ ਜੇ ਉਹ ਵੀ ਹੈ ਤਾਂ ਸਾਨੂੰ ਕੀ ਪਤਾ ਕਿੱਥੋਂ ਗਈ, ਕਿਹਨੇ ਚੱਕੀ, ਕਦੋਂ ਗਈ, ਇਹਦੇ ਬਾਰੇ ਸਾਡੇ ਰਿਕਾਰਡ 'ਚ ਕਿਤੇ ਮਿਸਿੰਗ ਹੈ ਹੀ ਨਹੀਂ। ਅੱਛਾ, ਯਾਨੀ ਯੂਨੀਵਰਸਿਟੀ ਦਾ ਪੂਰਾ ਅਦਾਰਾ ਇੰਨਾ ਕਾ ਜ਼ਿੰਮੇਵਾਰ ਹੈ। ਉਹ ਕਹਿੰਦਾ ਵੀ ਸਾਡੇ ਕੋਲੇ ਇਹ ਰਿਕਾਰਡ 'ਚ ਹੀ ਨਹੀਂ ਹੈ, ਰਿਕਾਰਡ 'ਚ ਗੁੰਮ ਹੋ ਗਈ, ਹੈ ਹੀ ਨਹੀਂ। ਸਾਡੇ ਲਿਖੀ ਹੋਈ ਹੈ PUL ਨਹੀਂ, ਗੁੰਮ ਹੋਣ ਦੀ ਵੀ ਹੈ ਨਹੀਂ, ਗੁੰਮ ਹੋਣ ਦੀ ਹੈ ਨਹੀਂ। ਫਿਰ ਮੈਨੂੰ ਪੁਲਿਸ ਵਾਲਿਆਂ ਨੇ ਮੀਟਿੰਗ ਕੀਤੀ। ਮੈਂ ਉਹਨਾਂ ਨੂੰ ਪੁਲਿਸ ਵਾਲਿਆਂ ਨੂੰ ਕਿਹਾ ਜੀ ਆਪਾਂ ਇਹਨੂੰ ਐਂ ਕਰਦੇ ਹਾਂ, ਆਪਾਂ ਇਹਨੂੰ ਕਹਿੰਦੇ ਹਾਂ ਜੀ PUL 116 ਪੇਸ਼ ਕਰ ਦਿਓ ਜੀ। ਉਹ ਫਿਰ ਜਿਹੜੀ ਸਕੀਮ ਸੀਗੀ ਉਹ ਹਿੱਟ ਕੀਤੀ। ਉਹ PUL 116 ਪੇਸ਼ ਨਹੀਂ ਕਰ ਪਾਏ। ਅੱਛਾ ਜੀ। ਫਿਰ ਮਸਾਂ ਜਾ ਕੇ ਪਰਚਾ ਉਹਦਾ ਦਰਜ ਹੋਇਆ। ਪਰਚਾ ਦਰਜ ਹੋਣ ਤੋਂ ਬਾਅਦ ਉਹ ਸਾਰਾ ਸਮਾਨ ਉੱਥੋਂ ਚੱਕ ਕੇ ਲਿਆਂਦਾ। ਉਹ ਇੱਥੇ ਹੁਣ ਚੰਡੀਗੜ੍ਹ ਪਿਆ ਹੋਇਆ, ਕੋਰਟ ਦੀ ਉਹ ਬਣ ਗਈ ਪ੍ਰਾਪਰਟੀ। ਤੇ ਟਰਾਇਲ ਜਿਹੜਾ ਹੈਗਾ ਹਜੇ ਚੱਲ ਰਿਹਾ ਜੀ। ਔਰ ਜਿਹੜੇ 7 ਸਾਲ ਦਿਨ 14 ਸਾਲ ਦਾ ਟਰਾਇਲ ਹੀ ਚੱਲੀ ਜਾਂਦਾ। 2007 ਦੀ ਗੱਲ ਹੈ ਇਹ 2017 ਦੀ ਗੱਲ। ਫਿਰ ਵੀ 7 ਸਾਲ ਤਾਂ ਹੋਈ ਨਹੀਂ, 4 ਸਾਲ ਹੋ ਗਏ, ਚੌਥਾ ਸਾਲ ਟਰਾਇਲ ਚੱਲ ਰਿਹਾ। ਉਸ ਤੋਂ ਇਲਾਵਾ ਉਹ ਜਿਹੜੇ ਬੰਦੇ ਫੜੇ ਸੀਗੇ ਉਹਨਾਂ ਬੰਦਿਆਂ ਨੇ ਆਪਣੀਆਂ ਬੇਲਾਂ ਲਾਈਆਂ ਨੇ, ਉਹ ਵੀ ਪੈਂਡਿੰਗ ਨੇ। ਅੱਛਾ, ਬੰਦੇ ਇੱਥੋਂ ਦੇ ਨੇ? ਬੰਦੇ ਦਿੱਲੀ ਦੇ। ਇੱਥੋਂ ਕੋਈ ਸਪੋਰਟ ਤਾਂ ਕਰਦਾ ਹੋਊ ਆਪਣਾ ਇੰਨਾ ਵੱਡਾ ਤੰਤਰ ਹੈ। ਇੱਥੇ ਜਿੰਨੀਆਂ ਚੋਰੀਆਂ ਹੋਈਆਂ ਉਹਨੂੰ ਲੌਜੀਕਲੀ, ਜਿਵੇਂ ਯੋਜਨਾ ਭਵਨ 'ਚ ਫੜੇ ਗਏ ਬੰਦੇ, ਕਾਰਬੂਜ਼ੀਆ ਸੈਂਟਰ 'ਚ ਜਨਾਨੀਆਂ ਫੜੀਆਂ ਗਈਆਂ ਜਿਹੜੀਆਂ ਬੋਰੇ ਲੈ ਕੇ ਜਾ ਰਹੀਆਂ ਸੀਗੀਆਂ। ਉਹ ਕਹਿੰਦੀਆਂ ਜੀ ਅਸੀਂ ਤਾਂ ਘਰੇ ਲੱਕੜ ਨੂੰ ਅੱਗ ਲਾਉਣ ਲਈ ਜਾ ਰਹੇ ਸੀਗੇ। ਉਹ ਤਫਤੀਸ਼ ਨਹੀਂ ਕੀਤੀ ਗਈ। ਚਲੋ ਗੱਲ ਕਿ ਤੁਹਾਡੀਆਂ ਸਾਰੀਆਂ ਗੱਲਾਂ ਤੋਂ ਇੱਕ ਗੱਲ ਸਮਝ ਆ ਰਹੀ ਹੈ ਕਿ ਜਿਹੜੇ ਆਪਣੇ ਜ਼ਿੰਮੇਵਾਰ ਅਦਾਰੇ ਨੇ, ਜਿੱਥੇ ਇਹ ਸਾਰਾ ਹੈਰੀਟੇਜ ਪਿਆ ਅਲੱਗ-ਅਲੱਗ ਯਾਨੀ ਵਰਗਾਂ 'ਚ ਪਿਆ, ਵੱਡਿਆ ਹੋਇਆ, ਕਹੀਂ ਫਰਨੀਚਰ ਪਿਆ, ਕਿਤੇ ਕੁਛ ਪਿਆ, ਕਿਤੇ ਕੁਛ ਪਿਆ। ਹਾਲਾਂਕਿ ਜਦੋਂ ਚੰਡੀਗੜ੍ਹ ਦਾ ਸੀਵਰ ਦਾ ਢੱਕਣ ਹੀ ਇੰਨਾ 11 ਲੱਖ 'ਚ ਵਿਕ ਸਕਦਾ ਤਾਂ ਬਾਕੀ ਫਰਨੀਚਰ ਦੀ ਤਾਂ ਕੀਮਤ ਕਿੰਨੀ ਹੋ ਸਕਦੀ ਹੈ ਤੁਹਾਨੂੰ ਪਤਾ ਹੀ ਹੈ। ਹਜੇ ਤੱਕ 4 ਸਾਲਾਂ ਤੋਂ ਤੁਸੀਂ ਯਾਨੀ ਕਿ 2005 ਦੀ ਗੱਲ ਕਰਦੇ ਹੋ, 2017 ਦੇ ਵਿੱਚ ਜਾ ਕੇ ਇੱਕ ਖੇਪ ਫੜੀ ਹੈ ਤੇ ਉਹ ਵੀ ਹਜੇ ਕੇਸ ਪੈਂਡਿੰਗ ਹੈ। ਇਹ ਫਿਰ ਇਹਦੀ ਵਜ੍ਹਾ ਕੀ ਮੰਨਦੇ ਹੋ ਕਿ ਇਹ ਨੈਟਵਰਕ ਹੀ ਬੜਾ ਜ਼ਬਰਦਸਤ ਹੈ, ਜਾਂ ਇਹ ਜਿਹੜਾ ਸਾਰਾ ਕੁਛ ਇਹਨੂੰ ਸਕ੍ਰੈਪ ਸਮਝ ਕੇ, ਕੂੜਾ ਸਮਝ ਕੇ ਪਾਸੇ ਸਿੱਟ ਦਿੰਦੇ ਆ, ਤੇ ਜਿਹੜਾ ਵੀ ਕੋਈ ਸ਼ਾਤਲ ਬੰਦਾ ਇਸ ਦੇ ਪਿੱਛੇ ਹੈ, ਜਿਹੜੀ ਇਹਦੀ ਕੀਮਤ ਸਮਝਦਾ, ਉਹ ਜਾਂ ਤਾਂ ਫਿਰ ਜਿਹੜੇ ਆਪਣੇ ਸਫਾਈ ਦਾ ਕੰਮ ਕਰਨ ਵਾਲੇ ਨੇ ਜਾਂ ਕੂੜਾ ਇਕੱਠਾ ਕਰਨ ਵਾਲੇ ਤੋਂ ਉਹਨਾਂ ਚੁਕਵਾ ਲੈਂਦਾ। ਤੇ ਪਰ ਇੱਕ ਗੱਲ ਹੈ, ਛੋਟਾ ਬੰਦਾ ਨਹੀਂ ਕੰਮ ਕਰਦਾ ਇਹ ਜੀ, ਵੱਡਾ ਸਾਰਾ ਕੁਝ ਮਿਲਿਆ ਹੋਇਆ ਇਹਦੇ ਵਿੱਚ ਇੱਕ ਹੋਰ ਡਿਵੈਲਪਮੈਂਟ ਹੋਈ ਜੀ ਕਿ ਇਹਨਾਂ ਪੀਰੀਅਡ 'ਚ 18-19 ਦੇ ਵਿੱਚ ਆ ਕੇ ਪਹਿਲੀ ਵਾਰੀ ਮੈਂ ਖਬਰ ਪੜ੍ਹੀ ਔਰ ਮੈਂ ਦੱਸਿਆ ਸਰਕਾਰ ਨੂੰ ਕਿ ਲਓ ਜੀ ਹੁਣ ਹਿੰਦੁਸਤਾਨ 'ਚ ਹੀ ਆਕਸ਼ਨ ਹੈ ਬੰਬੇ ਦੇ ਤਾਜ ਹੋਟਲ ਦੇ ਵਿੱਚ। ਅੱਛਾ, ਲਾਸਟ ਕਿਹੜੇ ਸਾਲ ਦੀ ਗੱਲ ਹੈ? ਇਹ 19 ਦੀ ਗੱਲ ਹੈ। 2019 ਦੇ ਵਿੱਚ ਇੱਥੋਂ ਦੇ ਸਮਾਨ ਦੀ ਬੰਬੇ ਦੇ ਤਾਜ ਹੋਟਲ 'ਚ ਆਕਸ਼ਨ ਹੈ। ਤੁਸੀਂ ਮੀਡੀਆ 'ਚ ਤੁਹਾਨੂੰ ਪਤਾ ਲੱਗ ਗਿਆ। ਫਿਰ ਕੀ ਹੋਇਆ? ਕਿਉਂਕਿ ਮੈਂ ਟਰੈਕਿੰਗ ਕਰਦਾ। ਅਸੀਂ ਚੰਡੀਗੜ੍ਹ ਪ੍ਰਸ਼ਾਸਨ ਨੂੰ ਕਿਹਾ, ਚੰਡੀਗੜ੍ਹ ਪ੍ਰਸ਼ਾਸਨ ਨੇ ਪੁਲਿਸ ਨੂੰ ਕਿਹਾ, ਪੁਲਿਸ ਨੇ ਇੱਥੋਂ ਟੀਮ ਬੰਬੇ ਭੇਜਤੀ। ਹਾਂਜੀ, ਬੰਬੇ ਪੁਲਿਸ ਦੇ ਥਰੂ ਕੋਈ ਬਹੁਤਾ ਐਕਸੈਸ ਨਹੀਂ ਮਿਲ ਪਾਇਆ। ਟੀਮ ਸਾਡੀ ਵਾਪਸ ਆ ਗਈ ਔਰ ਨਿਲਾਮੀ ਹੋ ਗਈ ਔਰ ਉਹ ਨਿਲਾਮੀ ਦਾ ਵੇਰਵਾ 33 ਕੇ 35 ਲੱਖ ਦੇ ਜੋ 2 ਆਈਟਮਾਂ ਵਿਕੀਆਂ, ਉਹ ਵੀ ਅਸੀਂ ਸਰਕਾਰ ਨੂੰ ਦੇਤਾ। ਨਹੀਂ, ਜਦੋਂ ਜਿਹੜੇ ਵੀ ਨਿਲਾਮਕਾਰ ਜਾਂ ਜਿਹੜੀ ਵੀ ਸੰਸਥਾ
ਜਦੋਂ ਨਿਲਾਮੀ ਕਰਾਉਂਦੀ ਹੈ ਉਹ ਜਿਹੜਾ ਸਮਾਨ ਕਿੱਥੋਂ ਕਲੈਕਟ ਕਰਦੀ ਹੈ, ਕੌਣ ਦੇ ਕੇ ਜਾਂਦਾ, ਇਹ ਤਾਂ ਵੇਰਵੇ ਤਾਂ ਹੁੰਦੇ ਹੈ ਜੀ। ਮੈਂ ਇਹਦੇ ਉੱਤੇ ਆਉਂਦਾ, ਇਹ ਬਿਲਕੁਲ ਤੁਹਾਡੀ ਗੱਲ ਠੀਕ ਹੈ। ਇਹਦੇ ਵਿੱਚ ਵੇਰਵੇ ਦੇ ਵਿੱਚ ਅਸੀਂ ਗਏ, ਮੈਨੂੰ ਲੋਕਾਂ ਨੇ ਕਿਹਾ ਕਿ ਜੀ ਲੈ ਇਹ ਨਕਲੀ ਸਮਾਨ ਵਿਕਦਾ। ਮੈਂ ਕਿਹਾ ਗੱਲ ਇਹਦਾ ਨਕਲੀ ਨਹੀਂ ਵਿਕਦਾ। ਜਦੋਂ ਪੈਰਿਸ 'ਚ ਆਕਸ਼ਨ ਹੁੰਦੀ ਹੈ, ਜਿਹੜਾ ਬੰਦਾ ਖਰੀਦਣ ਜਾਂਦਾ ਹੈ ਉਹ ਪੁੱਛਦਾ ਵੀ ਇਹਦਾ ਕੀ ਪ੍ਰੂਫ ਹੈ, ਉਹ ਸਰਕਾਰ ਦੀ ਇੱਕ ਰਸੀਦ ਵਿਖਾਉਂਦਾ ਕਿ ਜੀ ਇਹ ਮੈਂ ਗਵਰਨਮੈਂਟ ਤੋਂ ਲਿਆ ਹੋਇਆ। ਅੱਛਾ ਜੀ। ਉਹਨੂੰ ਕਹਿੰਦੇ ਇੱਕ ਸਰਟੀਫਿਕੇਟ। ਹਾਂਜੀ। ਤੇ ਇੱਕ ਬੰਬੇ ਦੇ ਵਿੱਚ ਕੇਸ ਫੜਿਆ ਗਿਆ, ਉਹਦੇ 'ਚ ਪੰਜਾਬ ਦੇ ਇੱਕ ਅਧਿਕਾਰੀ ਵੀ ਫੜੇ ਗਏ ਸੀਗੇ, ਨਾਮ ਮੈਂ ਉਹਨਾਂ ਦਾ ਲੈਣ ਤੋਂ ਪਰਹੇਜ਼ ਕਰਾਂਗਾ ਜੀ। ਉਹਨਾਂ ਨੇ ਦੱਸਿਆ ਡਾਇਰੈਕਟਰ ਰੈਵਨਿਊ ਇੰਟੈਲੀਜੈਂਸ DRI ਮਹਾਰਾਸ਼ਟਰ ਨੇ ਹਾਂਜੀ ਸਾਰਾ ਸਮਾਨ, ਉਹਨਾਂ ਨੇ ਸਮਗਲਰ ਫੜੇ, ਬੰਦਿਆਂ ਦੇ ਨਾਮ ਲਿੱਤੇ, ਅਫਸਰਾਂ ਦੇ ਨਾਮ ਲੈ ਤੇ, ਚੰਡੀਗੜ੍ਹ ਦਾ ਨਹੀਂ ਸੀ ਪੰਜਾਬ ਦੇ ਬੰਦੇ ਸੀਗੇ, ਔਰ ਪੰਜਾਬ ਦੇ ਸਮਾਨ ਦਾ ਸਾਰਾ ਜ਼ਿਕਰ ਕਰ ਦਿੱਤਾ। ਔਰ ਉਹਨਾਂ ਨੇ ਇੱਥੋਂ ਤੱਕ ਕਹਿਤਾ ਵੀ ਜਦੋਂ ਸਮਾਨ ਬਾਹਰ ਜਾਂਦਾ ਉਹਦੇ ਵਿੱਚ ਨਕਲੀ ASI ਦੇ ਸਰਟੀਫਿਕੇਟ ਹੁੰਦੇ ਨੇ, ਆਰਕੀਓਲੋਜੀਕਲ ਸਰਵੇ ਆਫ ਇੰਡੀਆ ਦੇ, ਵੀ ਇਹ ਸਾਡੀ ਹੈਰੀਟੇਜ ਆਈਟਮ ਹੈ। ਉਹ ਉਹਨਾਂ ਆਈਟਮਾਂ ਦੇ ਨਾਲ ਲੱਗਦਾ ਤਾਂ ਉਹਨਾਂ ਦਾ ਐਡਾ ਮੁੱਲ ਪੈਂਦਾ। ਹਾਂ, ਜਦੋਂ ਉਹ ਇੱਕ ਸਰਟੀਫਿਕੇਟ ਹੋ ਜਾਂਦਾ ਵੀ ਇਹ ਵਿਰਾਸਤੀ ਚੀਜ਼ ਹੈ। ਫਿਰ ਅੱਗੇ ਸੁਣ ਲਓ, ਫਿਰ ਇਹ ਕੰਮ ਚੱਲੀ ਗਿਆ। ਫਿਰ ਸਾਡੇ ਕੋਲ ਅਸੀਂ ਫਿਰ ਅਲਟੀਮੇਟਲੀ ਹਿਸਾਬ ਲਗਾ ਲਿਆ 10 ਸਾਲਾਂ 'ਚ ਕਿ ਜੀ ਇਹ ਨਾ ਜਦ ਤੱਕ ਅੰਬੈਸੀਆਂ ਸਪੋਰਟ ਨਹੀਂ ਕਰਨਗੀਆਂ, ਜਦ ਤੱਕ ਡਿਪਲੋਮੈਟਿਕ ਚੈਨਲ ਕੰਮ ਨਹੀਂ ਕਰਨਗੇ, ਤਦ ਤੱਕ ਗੱਲ ਨਹੀਂ ਬਣਦੀ। ਸੋ ਅਸੀਂ MEA 'ਚ ਐਂਟਰ ਕਰ ਗਏ। MEA 'ਚ ਐਂਟਰ ਕਰਕੇ ਅੰਬੈਸੀ 'ਚ ਪਹੁੰਚ ਗਏ। ਹਾਂਜੀ। UK ਦੀ ਅੰਬੈਸੀ ਨੇ 2019 ਦੇ ਵਿੱਚ ਸਾਨੂੰ ਬਹੁਤ ਸਮਰਥਨ ਦਿੱਤਾ। ਹਾਂਜੀ। ਉਹਨਾਂ ਦੇ ਸੈਕਟਰੀ ਨੇ ਕਾਲ ਕੀਤੀ ਲੰਡਨ ਤੋਂ ਕਿ ਦੱਸੋ, ਮੈਂ ਸਾਰੀ ਡਿਟੇਲ ਦੱਸੀ। ਉਹਨਾਂ ਵਿਚਾਰਿਆਂ ਨੇ ਬਹੁਤ ਹੈਲਪ ਕੀਤੀ ਸਾਡੀ, ਲੇਕਿਨ ਉਹਨਾਂ ਨੇ ਟੀਮ ਭੇਜੀ ਉੱਥੇ, ਲੋਕਲ ਪੁਲਿਸ, ਸਕਾਟਲੈਂਡ ਯਾਰਡ ਦੀ ਪੁਲਿਸ ਗਈ, ਉਹਨੇ ਤਫਤੀਸ਼ ਕੀਤੀ। ਉਹ ਬੰਦੇ ਨੇ ਕਿਹਾ ਜੀ ਮੈਂ 2011 ਤੋਂ ਪਹਿਲੇ ਲਿਆਇਆ ਇੱਥੇ, ਇਸ ਕਰਕੇ MHA ਦਾ ਆਰਡਰ ਮੇਰੇ ਤੇ ਤਾਂ ਲਾਗੂ ਨਹੀਂ। ਯਾਨੀ ਕਿ ਜਦੋਂ ਤੁਹਾਡੇ ਧਿਆਨ 'ਚ ਆਇਆ ਮੇਰੇ ਕੋਲ ਤਾਂ ਉਦੋਂ ਪਹਿਲਾਂ ਦਾ ਤੇ ਜੇ ਤੁਹਾਡੀ ਉਦੋਂ ਬਾਅਦ ਹੀ ਹੈ ਤੇ ਮੇਰੇ ਤੋਂ ਲੈ ਦੱਸੋ। ਪਰ ਇਹ ਕਲੀਅਰ ਸੀ ਵੀ ਇੱਥੋਂ ਦਾ ਸੀ। ਹਾਂ ਕਲੀਅਰ ਸੀ। ਉਹਨੇ ਡਿਕਲੇਅਰ ਕੀਤਾ ਹੋਇਆ ਸੀਗਾ ਵੀ ਆ ਮੈਂ ਪੰਜਾਬ ਯੂਨੀਵਰਸਿਟੀ ਦੀ ਫਲਾਣੀ ਬਿਲਡਿੰਗ, ਉਹਦੇ ਵਿੱਚ ਜਦੋਂ ਫੋਰਨ ਸਮਾਨ ਵਿਕਦਾ ਨਾ, ਉਹਦੇ 'ਚ ਲਿਖਿਆ ਜਾਂਦਾ ਕਿ ਇਹ ਜਿਹੜਾ ਸਮਾਨ ਹੈ ਇਹ ਕਿੱਥੋਂ ਤੋਂ ਬਿਲੋਂਗ ਕਰਦਾ, ਓਰੀਜਨ ਉੱਥੇ ਲਿਖਿਆ ਹੁੰਦਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ। ਹਾਂ, ਕਿਉਂਕਿ ਪੂਰੇ ਵੇਰਵੇ ਹੁੰਦੇ ਆ, ਲੈਣ ਵਾਲਾ ਵੀ ਇਹਨਾਂ ਬੇਵਕੂਫ ਨਹੀਂ ਨਾ, ਜਿਹੜਾ ਇੱਕ ਛੋਟੀ ਜਿਹੀ ਚੀਜ਼ ਦਾ ਹਜ਼ਾਰਾਂ ਗੁਣਾ ਮੁੱਲ ਪਾ ਰਿਹਾ ਹੈ ਤੇ ਉਹ ਕੁਛ ਤਾਂ ਦੇਖ ਕੇ ਹੀ ਲੈਂਦਾ ਨਾ ਜੀ। ਬਿਲਕੁਲ, ਮੁੱਲ ਬਿਲਕੁਲ ਦੇਖ ਕੇ ਪੈਂਦਾ। ਔਰ ਉਸ ਤੋਂ ਇਲਾਵਾ ਫਰਾਂਸ 'ਚ ਹੋਇਆ। ਮੀਨਵਾਈਲ ਫਰਾਂਸ ਦੀ ਇੱਕ ਡੈਲੀਗੇਸ਼ਨ ਇੱਥੇ ਆ ਗਈ, ਗਵਰਨਰ ਸਾਹਿਬ ਨੂੰ ਮਿਲੀ। ਹਾਂਜੀ। ਫ੍ਰੈਂਚ ਅੰਬੈਸਡਰ। ਅੱਛਾ ਜੀ। ਹੁਣੇ 2020 'ਚ ਜੀ। ਤੇ ਗਵਰਨਰ ਸਾਹਿਬ ਨੂੰ ਮਿਲੇ। ਗਵਰਨਰ ਸਾਹਿਬ ਨੇ ਵੀ ਉਹਨਾਂ ਨੂੰ ਮੇਰਾ ਜ਼ਿਕਰ ਕੀਤਾ ਕਿ ਤੁਸੀਂ ਉਹਨਾਂ ਨਾਲ ਥੋੜੀ ਚਰਚਾ ਕਰੋ। ਉਹ ਟੀਮ ਬਹੁਤ ਚੰਗੀ ਸੀ, ਉਹਨਾਂ ਨੇ ਮੇਰੇ ਨਾਲ ਕੰਟੈਕਟ ਕੀਤਾ ਡਿਪਲੋਮੈਟਿਕ ਚੈਨਲ ਦੇ ਥਰੂ। ਉਹਨਾਂ ਦੇ ਜਿਹੜੇ ਕੌਂਸੂਲੇਟ ਹੈਗੇ ਸੀਗੇ ਉਹ ਇੱਥੇ ਆਏ ਮੇਰੇ ਕੋਲ, ਇਸੇ ਦਫ਼ਤਰ 'ਚ ਬਹਿ ਕੇ 3 ਘੰਟੇ ਬੈਠਕ ਕੀਤੀ। ਉਹਨਾਂ ਨੇ ਕਿਹਾ ਜੀ ਬਹੁਤ ਤੁਹਾਨੂੰ ਜ਼ਿਆਦਾ ਸਮਰਥਨ ਸਾਡੇ ਵੱਲੋਂ ਮਿਲੇਗਾ, ਸਾਨੂੰ ਦੱਸਿਆ ਜੇ ਗੱਲ, ਤੇ ਤੁਸੀਂ ਇੱਕ ਸਟੈਪ ਦੱਸ ਦਿਓ ਕਿਹੜਾ ਅਸੀਂ ਆਪਣੀ ਸਰਕਾਰ ਨਾਲ ਗੱਲ ਕਰਾਂਗੇ। ਮੈਂ ਕਿਹਾ ਵੀ ਗੱਲ ਇਹ, ਬਾਕੀ ਗੱਲਾਂ ਤਾਂ ਦੱਸਾਂਗਾ। ਪਹਿਲੀ ਗੱਲ ਕਿ ਇੱਕ ਇੰਡੋ ਫ੍ਰੈਂਚ ਤੁਸੀਂ ਸੁਸਾਇਟੀ ਜਾਂ ਇੱਕ ਇੰਸਟੀਟਿਊਸ਼ਨ ਕ੍ਰੀਏਟ ਕਰੋ ਜਿਹੜੀ ਇਨਫੋਰਮੇਸ਼ਨ ਸ਼ੇਅਰ ਕਰੇਗੀ ਇੰਸਟੈਂਟਲੀ। ਉਹ ਕਹਿੰਦੇ ਠੀਕ ਹੈ, ਅਸੀਂ ਆਪਣੀ ਸਰਕਾਰ ਨੂੰ ਗੱਲ ਕਰਦੇ ਹਾਂ। ਦੂਜਾ ਮੈਂ ਕਿਹਾ ਜੀ ਮੈਂ ਤੁਹਾਨੂੰ ਦਿਆਂਗਾ ਇਨਫੋਰਮੇਸ਼ਨ ਕਿ ਐਡਵਾਂਸ 'ਚ ਵੀ ਅੱਜ 6 ਦਿਨ ਬਾਅਦ ਪੈਰਿਸ 'ਚ ਆਕਸ਼ਨ ਹੈ। ਠੀਕ ਹੈ। ਹਾਂ, ਮੈਂ ਥੋੜਾ ਜਿਹਾ ਤੁਹਾਡੇ 'ਚ ਐਡ ਕਰਾਂ ਕਿ ਤੁਸੀਂ ਬਹੁਤ ਸੂਚਨਾਵਾਂ ਵੀ ਦਿੱਤੀਆਂ, ਭਾਰਤ ਦੇ ਮੰਤਰਾਲਿਆਂ ਨੂੰ ਵੀ ਦਿੱਤੀਆਂ, ਜਿਹੜੀ ਉੱਥੇ ਕੰਪਲੇਂਟ ਕੀਤੀ ਸਭ ਨੂੰ ਤੁਸੀਂ ਫੋਨ ਕਰਕੇ ਵੀ ਦੱਸਿਆ। ਬਿਲਕੁਲ। ਤੇ ਉਦੋਂ ਬਾਅਦ ਵੀ ਕਾਰਵਾਈ ਨਹੀਂ ਹੋਈ, ਸਟੇਟਸ ਹੁਣ ਜਿਵੇਂ ਦਾ ਤਿਵੇਂ ਹੀ ਹੈ। ਸੁਣ, ਉਹ ਫਿਰ ਜਦੋਂ ਮੈਂ ਫਰਾਂਸ ਨੂੰ ਗੱਲ ਕੀਤੀ, ਇਹਨਾਂ ਨੇ ਮੈਨੂੰ ਕਿਹਾ, ਜਿਹੜੀ ਲੜਕੀ ਉਹਨਾਂ ਦੀ ਕਾਉਂਸਲਰ ਸੀ, ਉਹ ਕਹਿੰਦੀ ਆਈ ਨੀਡ 24 ਆਵਰਸ, 24 ਘੰਟੇ 'ਚ ਉਹਨੇ ਪੈਰਿਸ ਪੁਲਿਸ ਨੂੰ ਅਪਰੋਚ ਕੀਤਾ। ਹਾਂਜੀ। ਪੈਰਿਸ ਪੁਲਿਸ ਨੇ ਉੱਥੋਂ ਸਾਨੂੰ ਕਾਲ ਕੀਤੀ, ਗੱਲਬਾਤ ਕੀਤੀ। ਉਹਨਾਂ ਦਾ ਪੁਲਿਸ ਕਮਿਸ਼ਨਰ ਚੰਡੀਗੜ੍ਹ ਆਇਆ, ਸਾਰੀ ਗੱਲ ਹੋ ਗਈ। ਉਹਨਾਂ ਨੇ ਤਫਤੀਸ਼ ਕੀਤੀ, ਉੱਥੇ ਵੀ ਉਹੀ ਗੱਲ ਕਿ ਜੀ ਮੇਰੇ ਕੋਲ ਤਾਂ 2011 ਤੋਂ ਪਹਿਲੇ ਦਾ ਸਮਾਨ ਆਇਆ ਹੋਇਆ। ਯਾਨੀ ਉਹਨਾਂ ਨੂੰ ਪਤਾ ਹੈ ਵੀ ਭਾਰਤ ਜੇ ਜਾਗਿਆ ਤਾਂ 2011 ਬਾਅਦ ਹੀ ਜਾਗਿਆ। ਹੁਣ ਇੱਥੇ ਆ ਕੇ ਇੱਕ ਗੱਲ ਕਲੀਅਰ ਹੋ ਗਈ। ਹੁਣ ਮੈਂ ਦੱਸ ਦਿੰਦਾ ਨੱਟ ਸ਼ੈਲ ਕਿ ਜਦੋਂ ਉਹਨਾਂ ਨੂੰ ਮੈਂ ਇਹ ਗੱਲ ਦੱਸੀ ਤਾਂ ਉਹ ਕਹਿਣ ਲੱਗੇ ਕਿ ਗੱਲ ਇੱਦਾਂ, ਫੋਰਨ ਦੇ ਵਿੱਚ ਹਰ ਇੱਕ ਬੰਦੇ ਦੀ ਗੱਲ 'ਤੇ ਯਕੀਨ ਕੀਤਾ ਜਾਂਦਾ ਹੈ। ਜੇ ਉਹਨੇ ਕਹਿਤਾ ਮੇਰੇ ਕੋਲ 2011 ਤੋਂ ਪਹਿਲੇ ਦਾ ਤਾਂ ਤੁਸੀਂ ਸਾਨੂੰ 2011 ਦਾ ਆਰਡਰ ਦਿੱਤਾ ਤਾਂ ਉਹਦੇ ਖਿਲਾਫ ਕੋਈ ਚਾਰਜ ਨਹੀਂ ਬਣਦਾ। ਲੇਕਿਨ ਜੇ ਤੁਸੀਂ ਕਹਿੰਦੇ ਹੋ ਵੀ ਇਹ ਬੰਦਾ ਝੂਠ ਬੋਲਦਾ, ਇਹਨੂੰ ਬਾਅਦ 'ਚ ਗਿਆ ਸਮਾਨ ਸਮਗਲਿੰਗ ਹੋ ਕੇ, ਉਹਦੇ ਲਈ ਫਿਰ ਸਰਕਾਰ ਟੂ ਸਰਕਾਰ ਗੱਲ ਹੋਏਗੀ, ਤਾਂ ਪੁਲਿਸ ਕਾਰਵਾਈ ਹੋਏਗੀ।
ਯਾਨੀ ਕਿ ਇਹਨਾਂ ਨੁਕਤਿਆਂ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਫਸ ਗਈਆਂ ਆ ਕੇ। ਪਰ ਇੱਕ ਸਵਾਲ ਬਹੁਤ ਵੱਡਾ ਹੈ, ਉੱਥੇ ਜਾਣ ਲੱਗਿਆਂ ਬੜਾ ਸਮਾਂ ਲੱਗਦਾ ਹੈ। ਆਊਟ ਆਫ ਕੰਟਰੀ ਜਾਣਾ, ਬਹੁਤ ਸਾਰੀਆਂ ਫਾਰਮੈਲਿਟੀਆਂ ਨੇ, ਬਹੁਤ ਸਾਰੇ ਦਸਤਾਵੇਜ਼ ਚਾਹੀਦੇ ਨੇ, ਸੰਬੰਧਿਤ ਅਧਿਕਾਰੀਆਂ ਤੋਂ ਪਾਸ ਹੋ ਕੇ ਜਾਂਦਾ, ਅਤੇ ਐਵੇਂ ਤਾਂ ਜਾ ਨਹੀਂ ਸਕਦਾ ਜੇ ਇੱਥੋਂ ਦੇ ਵੱਡੇ ਅਧਿਕਾਰੀ, ਵੱਡੀ ਲੌਬੀ ਜਾਂ ਵੱਡਾ ਇੱਕ ਗੈਂਗ ਇਸ ਨੂੰ ਸਪੋਰਟ ਨਹੀਂ ਕਰ ਰਿਹਾ। ਹਜੇ ਤੱਕ ਕੁਝ ਨਹੀਂ ਪਤਾ ਲੱਗਿਆ। ਨਹੀਂ, ਬਿਲਕੁਲ। ਇਹ ਜਿਹੜੇ ਬੰਦੇ ਫੜੇ ਗਏ ਦਿੱਲੀ ਤੁਗਲਕਾਬਾਦ ਵਾਲੇ ਕੇਸ 'ਚ, ਉਹਨਾਂ ਦੇ ਬਿੱਲ ਮੈਂ ਪੜ੍ਹੇ ਨੇ, ਉਹਨਾਂ ਦੇ ਡਾਕੂਮੈਂਟ ਪੜ੍ਹੇ ਨੇ, ਵੱਡੀਆਂ ਵੱਡੀਆਂ ਫਰਮਾਂ ਨੇ। ਇੱਥੋਂ ਮਾਲ ਜਾ ਰਿਹਾ ਸੀ ਬ੍ਰਾਜ਼ੀਲ ਜੀ, ਲੇਕਿਨ ਉਹ ਇੱਥੇ ਹੀ ਉਲਝ ਗਿਆ। ਕਿਸੇ ਸਰਕਾਰ ਨੇ ਬ੍ਰਾਜ਼ੀਲ ਬੰਦੇ ਨੂੰ ਪੁੱਛਿਆ ਹੀ ਨਹੀਂ। ਹਿੰਦੁਸਤਾਨ 'ਚ ਦਾ ਬੰਦਾ ਅਸੀਂ ਫੜ ਲਿਆ, ਉਹ ਕਹਿੰਦਾ ਜੀ ਬ੍ਰਾਜ਼ੀਲ ਜਾ ਰਿਹਾ ਸੀਗਾ। ਮੈਂ ਤਾਂ ਜੀ ਇਹ ਦਿੱਲੀੋਂ ਖਰੀਦਿਆ। ਦਿੱਲੀੋਂ ਇੱਕ ਕਬਾੜੀ ਜੇ ਕੋਲ ਲੈ ਗਿਆ, ਉਹ ਕਹਿੰਦਾ ਜੀ ਮੈਨੂੰ ਤਾਂ ਕਬਾੜ ਚੰਡੀਗੜ੍ਹੋਂ ਆਇਆ, ਮੇਰੇ ਕੋਲ ਤਾਂ ਲੱਤਾਂ ਬਾਹਾਂ ਕੁਰਸੀ ਦੀਆਂ ਟੁੱਟੀਆਂ ਸੀਗੀਆਂ, ਮੈਂ ਕਿੱਲਾਂ ਲਾਲਾ ਜੋੜ ਕੇ ਬਣਾਤੀਆਂ। ਯਾਨੀ ਕਿ ਸਾਰੇ ਵਿਰਾਸਤ ਨੂੰ ਆਪਣੇ ਵਿਭਾਗਾਂ, ਆਪਣੇ ਅਧਿਕਾਰੀਆਂ, ਆਪਣੇ ਜ਼ਿੰਮੇਵਾਰ ਜਿਹੜੇ ਇਸ ਵਿਸ਼ੇਸ਼ ਮਾਹਿਰਾਂ ਨੂੰ ਅਣਗੌਲਿਆਂ ਕਰਕੇ ਦੇਖਿਆ ਜਾ ਰਿਹਾ, ਇੱਕ ਕੂੜਾ ਬਣਾ ਕੇ ਜਾ ਰਿਹਾ ਕਿ ਜਦੋਂ ਕਿ ਵਿਦੇਸ਼ ਇਹਦੀ ਕੀਮਤ ਸਮਝਦੇ ਆ, ਉਹਨੂੰ ਨਿਲਾਮ ਕਰਦੇ ਆ, ਤੇ ਹੇਠੀ ਤਾਂ ਫਿਰ ਭਾਰਤ ਦੀ ਹੁੰਦੀ ਹੈ। ਜਿਹੜਾ ਨਿਰਮਾਤਾ ਹੈ ਉਹਨੂੰ ਨਹੀਂ ਪਤਾ ਵੀ ਮੇਰੀ ਇਸ ਚੀਜ਼ ਦੀ ਕੀਮਤ ਕੀ ਹੈ, ਤੇ ਜਿਹੜਾ ਬਾਹਰ ਬੈਠਾ ਹੈ ਉਹਨੂੰ ਪਤਾ ਕਿ ਇਹ ਚੀਜ਼ ਕੀ ਹੈ। ਹੁਣ ਸਟੇਟਸ ਕੀ ਹੈ? ਹੁਣ ਜਿਹੜੀ ਤੁਹਾਡੀ ਹੈਰੀਟੇਜ ਕਮੇਟੀ ਹੈ, ਇਹ ਸਾਰੇ ਮਾਮਲੇ ਤੇ ਕਿਸ ਸਥਿਤੀ ਤੇ ਪਹੁੰਚੀ ਹੈ, ਤੇ ਪ੍ਰਸ਼ਾਸਨ ਦਾ ਕੀ ਰਵੱਈਆ ਹੈ? ਹੁਣ ਇਹ ਸਟੇਜ ਤੇ ਪਹੁੰਚ ਗਈ ਹੈ ਕਿ ਜਿਹੜੇ ਸਾਡੇ ਗਵਰਨਰ ਸਾਹਿਬ ਨੇ, ਐਡਮਿਨਿਸਟ੍ਰੇਟਰ ਨੇ ਬਦਨੌਰ ਸਾਹਿਬ, ਉਹ ਇਹਦੇ ਵਿੱਚ ਉਹਨਾਂ ਨਾਲ ਗੱਲਬਾਤ ਜਿਹੜੀ ਹੈ ਹੋ ਚੁੱਕੀ ਹੈ। ਉਹਨਾਂ ਨੇ ਫ੍ਰੈਂਚ ਦੀ ਸੰਸਥਾ ਨੂੰ ਵੀ ਕਹਿਤਾ ਸੀਗਾ, ਫ੍ਰੈਂਚ ਸੰਸਥਾ ਨੇ ਵੀ ਮੰਨ ਲਿਆ ਵੀ ਅਸੀਂ ਇੱਕ ਆਪਣਾ ਸੈਗਮੈਂਟ ਬਣਾ ਲਈਏ, ਚੰਡੀਗੜ੍ਹ ਤੇ ਫਰਾਂਸ ਦਾ ਸਰਕਾਰੀ ਬੰਦੇ ਵਿੱਚ ਇਨਵੋਲਵ ਹੋ ਜਾਣ, ਤੇ ਅਸੀਂ ਇਹਦੇ ਉੱਤੇ ਬੰਨ ਕਿਵੇਂ ਲਾਣਾ ਉਹਦਾ ਬਣਾਇਆ ਜਾਏ। ਕੁਝ ਜ਼ਿੰਦਗੀ 'ਚ ਹੁਣ ਥੋੜ੍ਹਾ ਜਿਹਾ ਰੌਲਾ, ਪਹਿਲਾਂ ਹੀ ਹਾਲਾਤ ਢਿੱਲੇ ਸੀਗੇ ਵਿਰਾਸਤ ਦੇ ਉੱਤੇ, ਮੁੜ ਕੇ ਕੋਵਿਡ ਆ ਗਿਆ ਤੇ ਤਵੱਜੋ ਹੋਰ ਇਹਦੇ ਵੱਲ ਘਟ ਗਈ। ਅੱਛਾ, ਯਾਨੀ ਕਰੋਨਾ ਵੀ ਇੱਕ ਵਜ੍ਹਾ ਬਣ ਗਈ ਤੇ ਪਹਿਲਾਂ ਹੀ ਅਣਗੌਲਿਆ ਕੀਤਾ ਹੋਇਆ ਸੀਗਾ। ਯਾਨੀ ਕਿ ਕੋਈ ਪੁਖਤਾ ਹਜੇ ਕਾਰਵਾਈ ਨਹੀਂ ਹੋਈ 2005 ਤੋਂ, ਤੇ ਜੇ ਆਪਾਂ ਨੋਟੀਫਾਈ ਜਦੋਂ ਕੀਤਾ ਵੀ ਆਪਾਂ ਬਾਹਰ ਕਰਨਾ 2010 ਤੋਂ ਬਾਅਦ, ਯਾਨੀ ਕਿ 11 ਸਾਲ ਹੋ ਗਏ, ਇੱਕ ਦਹਾਕੇ ਬਾਅਦ ਵੀ ਇਹ ਗੱਲ ਨਹੀਂ ਬਣੀ। ਇਹਦੇ 'ਚ ਇੱਕ ਹੋਰ ਡਿਵੈਲਪਮੈਂਟ ਹੋ ਗਈ ਮੀਨਵਾਈਲ 2020 ਦੇ ਵਿੱਚ ਜੀ। ਜਦੋਂ ਮੈਂ ਲਿਖੀ ਗਿਆ ਚੋਰੀਆਂ ਦੱਸੀ ਗਿਆ, ਤਾਂ 2020 ਦੇ ਵਿੱਚ ਫਿਰ ਆਰਕੀਓਲੋਜੀਕਲ ਸਰਵੇ ਆਫ ਇੰਡੀਆ ਨੇ ਇੱਕ ਆਰਡਰ ਜਾਰੀ ਕਰਤਾ ਜੀ, ਫਰਵਰੀ ਕੇ ਮਾਰਚ 2020 'ਚ ਜੀ। ਜਿੰਨੀਆਂ ਇੰਡੀਆ ਦੀਆਂ 에ਅਰਪੋਰਟ ਨੇ ਤੇ ਸੀ ਪੋਰਟ ਨੇ, ਹਾਂਜੀ, ਉਹਨਾਂ ਦੇ ਕਸਟਮ ਕਮਿਸ਼ਨਰਾਂ ਨੂੰ ਜਾਰੀ ਕਰਤਾ। ਕਸਟਮ ਕਮਿਸ਼ਨਰ ਦਾ ਮਤਲਬ ਹੈ ਹਿੰਦੁਸਤਾਨ 'ਚੋਂ ਕੋਈ ਸਮਾਨ ਦੁਨੀਆ 'ਚ ਕਿਤੇ ਜਾਣਾ, ਕਸਟਮ 'ਚ ਹੋ ਕੇ ਲੰਘਣਾ ਜੀ। ਉਹਨੂੰ ਇਸ਼ੂ ਕਰ ਦਿੱਤਾ ਕਿ ਚੰਡੀਗੜ੍ਹ ਦਾ ਫਰਨੀਚਰ ਜਾਂ ਕੋਈ ਵੀ ਸਮਾਨ ਜਿਹੜਾ ਜੌਨਰੇ ਦਾ, ਕਾਬੂਜ਼ੀਅਰ ਦਾ ਬਣਿਆ, ਉਹਦੀ ਐਕਸਪੋਰਟ ਤੇ ਬੈਨ ਲਾਇਆ ਜਾਂਦਾ ਪੂਰਾ। ਇਹ ਮਾਰਚ 2020 'ਚ ਅੱਛਾ, ਦੁਬਾਰਾ ਆਰਡਰ ਐਸਆਈ ਨੇ ਕੱਢਿਆ। ਹੁਣ ਚਲੋ ਇਹ ਆਰਡਰ ਕਰਤਾ, ਤੇ ਮੈਨੂੰ ਲੱਗਦਾ ਕਿ ਉਸ ਤੋਂ ਬਾਅਦ ਵੀ ਨਿਲਾਮੀ ਹੋਈ ਹੈ। ਉਹਦੇ ਬਾਅਦ ਨਿਲਾਮੀਆਂ ਹੋ ਰਹੀਆਂ ਨੇ। ਕਿੰਨੀਆਂ ਨਿਲਾਮੀਆਂ ਹੋ ਗਈਆਂ ਉਸ ਤੋਂ ਬਾਅਦ, ਇਸ ਆਰਡਰ ਤੋਂ ਬਾਅਦ? ਇਸ ਆਰਡਰ ਤੋਂ ਬਾਅਦ ਤਕਰੀਬਨ 18 ਨਿਲਾਮੀਆਂ ਹੋਰ ਹੋ ਗਈਆਂ। 6 ਨਿਲਾਮੀਆਂ ਤਾਂ 2021 ਚ ਹੋ ਗਈਆਂ। ਮੈਂ ਨੰਬਰ ਪਾ ਕੇ ਭੇਜ ਰਿਹਾ। ਸਾਰੀ ਜਾਣਕਾਰੀ ਤੁਸੀਂ ਜਿਹੜੇ ਸੰਬੰਧਿਤ ਵਿਭਾਗਾਂ ਨੂੰ, ਕੇਂਦਰ ਦੇ ਨੂੰ ਦੇ ਰਹੇ ਹੋ, ਐਡਵਾਂਸ ਚ ਇੱਥੇ ਵੀ ਦੇ ਰਹੇ ਹੋ। ਜਦੋਂ ਤੁਸੀਂ ਐਡਵਾਂਸ ਚ ਦੱਸ ਦਿੰਦੇ ਹੋ, ਸਾਰੀ ਜਾਣਕਾਰੀ ਦੇ ਦਿੰਦੇ ਹੋ, ਸਫਾਈ ਜਾਣੀ ਕਿ ਸਮਾਨ ਉੱਥੇ ਪਿਆ, ਫਿਰ ਵੀ ਕਾਰਵਾਈ ਨਹੀਂ ਹੁੰਦੀ। ਇਹ ਕਮੀ ਵਿਦੇਸ਼ਾਂ ਦੀ ਹੈ ਜਾਂ ਆਪਣੀ ਹੈ? ਨਾ, ਇਹ ਕਮੀ ਸਾਡੀ ਹੈ, ਵਿਦੇਸ਼ਾਂ ਦੀ ਕੋਈ ਕਮੀ ਨਹੀਂ। ਸਾਨੂੰ ਵਿਦੇਸ਼ ਦੀਆਂ ਸਰਕਾਰਾਂ ਨੇ, ਉਹਨਾਂ ਦੀਆਂ ਐਨਫੋਰਸਮੈਂਟ ਏਜੰਸੀਆਂ ਨੇ ਦੱਸਤਾ ਕਿ ਗੱਲ ਇੱਦਾਂ ਹੈ ਕਿ ਜੀ ਜੇ ਤੁਸੀਂ ਪੁਲਿਸ ਤਫਤੀਸ਼ ਕਰਾਉਣੀ ਚਾਹੁੰਦੇ ਹੋ ਇਹਨਾਂ ਬੰਦਿਆਂ ਦੇ ਖਿਲਾਫ ਜਿਹੜੇ ਉੱਥੇ ਸਮਾਨ ਵੇਚ ਰਹੇ ਨੇ, ਜਿਹੜਾ ਤੁਹਾਡਾ ਚਾਰਜ ਹੈ ਕਿ ਇਹ ਹਿੰਦੁਸਤਾਨ 'ਚੋਂ ਗੈਰ ਕਾਨੂੰਨੀ ਢੰਗ ਨਾਲ ਬਾਹਰ ਗਿਆ, ਇਹਨਾਂ ਦੇ ਖਿਲਾਫ ਕਾਰਵਾਈ ਕਰੋ। ਉਹਦੇ ਲਈ ਫਿਰ ਸਰਕਾਰ ਨੂੰ ਵਿੱਚ ਇਨਵੋਲਵ ਹੋਣਾ ਪੈਣਾ। ਯਾਨੀ ਸਰਕਾਰ ਟੂ ਸਰਕਾਰ ਗੱਲ ਹੋਈ। ਬਿਲਕੁਲ, ਉਹਨੇ ਕਿਹਾ ਵੀ ਆਰ ਰੈਡੀ, ਪਰ ਸਰਕਾਰ ਕਹੇ ਤਾਂ, ਪਰ ਆਪਣੀ ਸਰਕਾਰ ਕਹੇ ਦੱਸ ਹੀ ਰਹੀ ਸਥਿਤੀ। ਹੁਣ ਤੁਸੀਂ ਮੈਨੂੰ ਥੋੜਾ ਜਿਹਾ ਬਰੀਫ ਦੱਸੋ, ਆਪਾਂ ਲਾਸਟ ਕੁਐਸਚਨ ਤੇ ਆ ਰਹੇ ਹਾਂ ਕਿ ਹੁਣ ਤੱਕ ਜਦੋਂ ਤੋਂ ਤੁਹਾਡੇ ਧਿਆਨ 'ਚ ਆਇਆ ਕਿੰਨੀਆਂ ਨਿਲਾਮੀਆਂ ਹੋ ਗਈਆਂ? ਕਿਹੜੇ ਪੀਰੀਅਡ ਤੋਂ ਲੈ ਕੇ? ਤੁਸੀਂ 2010 ਤੋਂ ਬਾਅਦ ਦੱਸੋ, ਜਦੋਂ ਆਰਡਰ ਹੋਇਆ। 2010 ਤੋਂ ਲੈ ਕੇ ਤਾਂ ਹੁਣ ਤੱਕ ਤਕਰੀਬਨ 150 ਨਿਲਾਮੀ ਹੋ ਚੁੱਕੀ। 150 ਨਿਲਾਮੀ। ਕਿੰਨੇ ਪੈਸੇ ਦਾ ਨੁਕਸਾਨ ਜਾਂ ਕਿੰਨੇ ਪੈਸੇ ਦੀ ਵਿਰਾਸਤੀ ਉੱਥੇ ਹੋਈ? ਤਕਰੀਬਨ ਜਿਹੜੀ ਸਾਡੀ ਨੋਨ ਹੈ ਉਹ 70-80 ਕਰੋੜ ਦੇ ਕਰੀਬ ਜ਼ਰੂਰ ਹੋਣੀ ਹੈ, ਕਿਉਂਕਿ ਸਭ ਤੋਂ ਮਹਿੰਗੀ ਆਈਟਮ ਪੰਜਾਬ ਯੂਨੀਵਰਸਿਟੀ ਦੀ ਇੱਕ ਟੇਬਲ ਵਿਕੀ ਸੀ ਤੇਲ ਅਵੀਵ ਇਜ਼ਰਾਈਲ 'ਚ 1 ਕਰੋੜ 92 ਲੱਖ ਰੁਪਏ ਦੀ।
ਯਾਨੀ ਇਹ ਹਾਈਐਸਟ ਯਾਨੀ ਮੇਰੀ ਰਕਮ ਹੈ ਨੌਲੇਜ ਚ ਹਾਂਜੀ। ਜਿਹੜੀ ਤੁਹਾਡੇ ਧਿਆਨ 'ਚ ਹੈ। ਤੇ ਲੋਐਸਟ ਕਿੰਨੇ ਦੀ ਵਿਕਦੀ ਹੈ? ਲੋਐਸਟ ਜਿਹੜੀ ਹੈ ਉਹ 5 ਲੱਖ ਰੁਪਏ ਤੋਂ ਸ਼ੁਰੂ ਹੋ ਜਾਂਦੀ ਹੈ, ਯਾਨੀ ਕੁਰਸੀ ਲੱਖਾਂ 5 ਤੋਂ ਲੈ ਕੇ ਕਰੋੜ ਤੱਕ ਹਾਂ ਜਾਂਦੀ ਹੈ। ਹਾਂ 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 ਆਰਾਮ ਨਾਲ। ਤੇ ਫਿਰ ਵੀ ਯਾਨੀ ਇਹ ਤੁਹਾਡੀ ਸਾਰੀ ਗੱਲਬਾਤ ਤੋਂ ਇੱਕ ਨਤੀਜਾ ਸਾਹਮਣੇ ਆਇਆ ਕਿ ਜਿਹੜਾ ਆਪਣੀ ਅਧਿਕਾਰੀ ਤਾਂ ਜਿਹੇ ਹੈਗੇ ਨੇ, ਪੂਰਾ ਸਿਸਟਮ ਵੀ ਆਪਣਾ ਐਸਾ, ਜਿਹੜੀ ਸਰਕਾਰ ਮੰਨੀਏ ਪੂਰਾ ਭਾਰਤ ਦੇਸ਼ ਹੀ ਇਹਦਾ ਦੁੱਖ ਹੀ ਮੰਨਿਆ ਜਾਊਗਾ ਫਿਰ ਇਸ ਗੱਲ ਤੇ। ਹਾਲਾਂਕਿ ਛੋਟਾ ਜਿਹਾ ਕੰਮ ਸਰਕਾਰਾਂ ਨੇ ਕਰਤਾ ਸਾਡੀ ਕਮੇਟੀ ਦੇ ਕਹੇ ਤੇ, ਜਾਂ ਜਦੋਂ ਹਾਈ ਕੋਰਟ 'ਚ ਮਸਲਾ ਗਿਆ ਸੀ, ਅਸੀਂ ਕੈਟਲੌਗ ਤਿਆਰ ਕਰ ਲਏ ਜੀ ਵੀ ਆਹ ਸਾਡੀਆਂ ਆਈਟਮਾਂ ਨੇ, ਔਰ ਜਿੰਨਾ ਸਮਾਨ ਵਿਕਿਆ ਉਹਦਾ ਕਈ ਗੁਣਾ ਹਲੇ ਸਾਡੇ ਕੋਲ ਹੈਗਾ ਜੀ। ਜੇ 100 ਕਰੋੜ ਦਾ ਵਿਕਿਆ ਨਾ ਤਾਂ 10,000 ਕਰੋੜ ਦਾ ਇੱਥੇ ਹੋਏਗਾ ਹਲੇ। ਤੇ ਜੇ ਉਹ 10,000 ਕਰੋੜ ਦਾ ਵੀ ਜੇ ਆਪਾਂ ਗੌਰ ਨਾ ਕੀਤਾ ਤਾਂ ਚਲਾ ਜਾਏਗਾ ਜੀ, ਜੇ ਨਹੀਂ ਦੇਖਾਂਗੇ ਉਹ ਚਲਾ ਜਾਏਗਾ। ਹੁਣ ਅਸੀਂ ਇਹਦਾ ਇੱਕ ਆਖਰੀ ਰਸਤਾ ਹੋਰ ਸਰਕਾਰ ਨੂੰ ਦਿੱਤਾ ਹੈ ਬਈ ਇਹ ਆਈਟਮ, ਕਿਉਂਕਿ ਕੁਝ ਬੰਦਿਆਂ ਨੇ ਇਹ ਕਹਿਣਾ ਸ਼ੁਰੂ ਕਰਤਾ ਜੀ ਇਹ ਜੇ ਕੋਈ ਅੱਜ ਦਾ ਨਕਲੀ ਬਣਾ ਕੇ ਵੇਚਦੇ ਕਿਵੇਂ ਰੋਕਾਂਗੇ ਅਸਲੀ ਨਕਲੀ ਦੀ ਚਲੋ ਪਛਾਣ। ਕੁਝ ਐਸੇ ਸਵਾਲ ਉਠਾਏ ਜਿਨ੍ਹਾਂ ਦਾ ਸਿਰ ਪੈਰ ਨਹੀਂ ਸੀ। ਮੈਂ ਉਹਦਾ ਇਲਾਜ ਪੱਕਾ ਕਰਤਾ ਕੀ? ਔਰ ਮੈਂ ਗਵਰਨਮੈਂਟ ਤੇ ਕਰਤਾ। ਮੈਂ ਕਿਹਾ ਜੀ, ਮੈਂ ਇੱਥੇ ਸੋਮ ਪ੍ਰਕਾਸ਼ ਜੀ ਆਏ ਸੀ, ਮਿਨਿਸਟਰ ਆਫ ਸਟੇਟ ਫॉर ਕਾਮਰਸ ਜੀ। ਉਹਨਾਂ ਨੂੰ ਮੈਂ ਦੱਸਿਆ ਸੀ, ਮੈਂ ਕਿਹਾ ਤੁਸੀਂ ਕਾਮਰਸ ਦੇ ਮੰਤਰੀ ਹੋ, ਤੁਹਾਡੇ ਹੇਠ ਮੰਤਰਾਲੇ ਆਂਦਾ ਇੰਟੈਲੈਕਚੁਅਲ ਪ੍ਰਾਪਰਟੀ ਦਾ, ਆਈਪੀ ਡਿਪਾਰਟਮੈਂਟ ਜੀ। ਉਸ ਮਹਿਕਮੇ ਦੇ ਅੰਦਰ ਜਿੰਨਾ ਸਾਡਾ ਸਮਾਨ ਫੋਰਨ ਵਿਕ ਰਿਹਾ ਇਹਦੇ ਡਿਜ਼ਾਈਨ ਦੀ ਕਾਪੀਰਾਈਟ ਕਰਕੇ ਉਹਨੂੰ ਪ੍ਰੋਟੈਕਟ ਕਰਤਾ ਜਾਵੇ। ਅੱਛਾ ਜੀ, ਹੋ ਗਿਆ ਫਿਰ? ਹਲੇ ਕੁਝ ਨਹੀਂ ਹੋਇਆ। ਅਸੀਂ ਮੰਤਰਾਲੇ ਨੂੰ ਵੀ ਲਿਖ ਕੇ ਦੇਤਾ, ਹਾਂਜੀ, ਪ੍ਰਸ਼ਾਸਨ ਨੂੰ ਵੀ ਲਿਖ ਕੇ ਦੇਤਾ ਜੀ। ਸਾਨੂੰ ਅੱਗੇ ਕੀ ਕਾਰਵਾਈ ਹੋਈ ਉਹਦੀ ਕੋਈ ਖਬਰ ਹੈ। ਇੱਕ ਤੁਸੀਂ ਲਾਸਟ ਕੁਐਸਚਨ ਦੱਸੋ ਕਿ ਤੁਸੀਂ ਦੱਸ ਰਹੇ ਹੋ ਕਿ 100 ਤੋਂ ਜ਼ਿਆਦਾ ਨਿਲਾਮੀਆਂ ਹੋ ਗਈਆਂ, ਧਿਆਨ 'ਚ ਆਉਣ ਤੋਂ ਬਾਅਦ ਵੀ, ਧਿਆਨ 'ਚ ਆਉਣ ਤੋਂ ਪਹਿਲਾਂ ਤਾਂ ਜਿੰਨੀਆਂ ਹੈ ਉਹ ਤਾਂ ਕੋਈ ਸਹੀ ਰਿਕਾਰਡ 'ਚ ਹੀ ਨਹੀਂ, ਉਹਦੇ ਵੇਰਵੇ ਹੀ ਹੈ ਨਹੀਂ। ਤੇ ਤੁਸੀਂ ਉਹ ਧਿਆਨ 'ਚ ਆਉਣ ਤੋਂ ਬਾਅਦ ਆਪਦੀ ਮਸ਼ੱਕਤ ਨਾਲ ਇਸ ਸੰਬੰਧਿਤ ਵਿਭਾਗਾਂ ਨੂੰ ਸੈਂਟਰ ਤੋਂ ਲੈ ਕੇ ਤੱਕ ਦੱਸ ਰਹੇ ਹੋ ਸਭ ਕੁਝ, ਪਰ ਅਮਲ ਨਹੀਂ ਹੋ ਰਿਹਾ। ਤੇ ਇਸੇ ਨੁਕਤਿਆਂ ਦੇ ਵਿੱਚ ਯਾਨੀ ਕਿ ਨਿਕਲ ਜਾਂਦੇ ਨੇ ਵੇਚਣ ਵਾਲੇ ਤੇ ਖਰੀਦਣ ਵਾਲੇ। ਬਿਲਕੁਲ। ਜਦੋਂ ਕਿ ਕਾਰਵਾਈਆਂ ਦੀ ਗੱਲ ਕਰੀਏ ਤਾਂ ਦੇਸ਼ ਤਿਆਰ ਹੈ, ਪਰ ਆਪਣਾ ਦੇਸ਼ ਉੱਥੇ ਬਰਾਬਰ ਨਹੀਂ ਉਤਰਦਾ, ਬਰਾਬਰ ਦੀ ਉੱਤਰ। ਇਸ ਕਰਕੇ ਕੰਮ ਗੜਬੜ ਹੋ ਜਾਂਦਾ ਹੈ। ਤੇ ਤੁਹਾਡੇ ਕਹਿਣ ਦੇ ਮੁਤਾਬਕ ਜੇ ਹੁਣ ਇਹ ਨਾ ਰੋਕਿਆ ਗਿਆ ਤਾਂ ਮੰਨ ਲਓ ਆਪਣੀ 100 ਕਰੋੜ ਦਾ ਸਮਾਨ ਗਿਆ ਵੀ ਹਜ਼ਾਰਾਂ ਕਰੋੜ ਦਾ ਪਿਆ, ਉਹ ਵੀ ਚਲਾ ਜਾਊਗਾ ਜੇ ਸਰਕਾਰ ਸੰਬੰਧਿਤ ਵਿਭਾਗ ਜ਼ਿੰਮੇਵਾਰੀ ਨਹੀਂ ਸਮਝਦੀ। ਲਾਸਟ ਤੁਸੀਂ ਜਿਹੜੀ ਮੈਨੂੰ ਉਹ ਦੱਸੋ ਵੀ ਲਾਸਟ ਜਿਹੜੀ ਨਿਲਾਮੀ ਹੋਈ ਹੈ, ਤੇ ਬੜੀ ਬਰੀਫ 'ਚ ਦੱਸਿਓ, ਆਪਾਂ ਇਹਨੂੰ ਅੰਤ ਕਰਨਾ ਹੁਣ, ਵੀ ਕਿੰਨੇ ਦੀ ਹੋਈ ਹੈ ਤੇ ਉਹਦੀ ਜਾਣਕਾਰੀ ਤੁਸੀਂ ਸਭ ਨੂੰ ਦਿੱਤੀ ਸੀ? ਦਿੱਤੀ ਹੋਈ। ਉਹ ਜਿਹੜੀ ਹੈਗੀ ਉਹ 2 ਕਰੋੜ 21 ਲੱਖ ਰੁਪਏ ਦੀ ਹੋਈ ਹੈ, ਪੈਰਿਸ 'ਚ ਹੋਈ ਸੀਗੀ। ਅੱਛਾ ਜੀ। ਹੁਣ ਅੱਛਾ, ਇਹ ਹੁਣ ਕਿਸੇ ਹੋਰ ਤੁਹਾਡੇ ਕੋਲੇ ਅਗਾਊਂ ਜਾਣਕਾਰੀ ਹੈ ਕਿਤੇ ਹੁਣ? ਹਾਂ, 31 ਮਈ ਨੂੰ ਫੇਰ ਹੈ ਜੀ ਫਰਾਂਸ 'ਚ। 31 ਮਈ ਨੂੰ ਫਰਾਂਸ? ਹਾਂ। ਤੇ ਫਿਰ ਤੁਸੀਂ ਸਾਰਾ ਕੁਝ ਦੱਸਿਆ ਹੋਇਆ? ਦੱਸ ਦੋ। ਤੇ ਕੀ ਕਹਿ ਰਿਹਾ ਪ੍ਰਸ਼ਾਸਨ? ਪ੍ਰਸ਼ਾਸਨ ਨੂੰ ਤਾਂ ਕਹਿਣਾ ਬੰਦ ਕਰਤਾ, ਕਹਿੰਦੇ ਉਹ ਫੋਰਨ ਕੋਰਸ ਦੱਸੋ। ਹੁਣ ਜਿਹੜੀਆਂ ਵਿਦੇਸ਼ੀ ਆਕਸ਼ਨਾਂ ਨੇ ਉਹਦੇ ਲਈ ਮੈਂ ਮਿਨਿਸਟਰੀ ਆਫ ਐਕਸਟਰਨਲ ਅਫੇਅਰ ਹਾਂਜੀ ਤੇ ਇੰਡੀਅਨ ਐਮਬੈਸੀ ਹਾਂਜੀ ਉਸ ਮੁਲਕ ਦੇ ਵਿੱਚ ਜਿੱਥੇ ਬੈਠੀ ਹੈ ਹਾਂਜੀ ਉਹਨਾਂ 2 ਬੰਦਿਆਂ ਨੂੰ, ਤੇ ਤੀਜਾ ਸੀਬੀਆਈ ਮੇਰੇ ਨਾਲ ਇਨ ਟੱਚ ਹੈ, ਸੀਬੀਆਈ ਨੂੰ ਦਿੱਲੀ ਹੈੱਡਕੁਆਟਰ, ਉਹਨਾਂ ਨੂੰ ਮੈਂ ਲਿਖ ਕੇ ਭੇਜ ਰਿਹਾ। ਤੁਸੀਂ ਦੱਸ ਦਿੱਤਾ ਆਪਦੀ ਜ਼ਿੰਮੇਵਾਰੀ ਨਿਭਾਤੀ? ਹਾਂਜੀ ਹਾਂਜੀ ਹਾਂਜੀ। ਇਹ ਸਨ ਸ਼੍ਰੀ ਅਜੇ ਕੁਮਾਰ ਜੱਗਾ ਜੀ। ਉਹਨਾਂ ਦਾ ਕਹਿਣਾ ਹੈ ਕਿ 31 ਮਈ ਨੂੰ ਫਿਰ ਨਿਲਾਮੀ ਹੋਣ ਜਾ ਰਹੀ ਹੈ। ਉਹਨਾਂ ਦੇ ਆਪਦੇ ਪੁਰਾਣੇ ਦਸਤੂਰ ਵਾਂਗੂ ਜਿਵੇਂ ਉਹ ਜ਼ਿੰਮੇਵਾਰੀ ਸਮਝਦੇ ਆ, ਸੰਬੰਧਿਤ ਮੰਤਰਾਲੇ ਨੂੰ, ਸੰਬੰਧਿਤ ਵਿਭਾਗ ਨੂੰ, ਸੀਬੀਆਈ ਨੂੰ, ਜਿਹੜੇ ਵੀ ਉਹਦੇ ਨਾਲ ਉਹਨਾਂ ਨਾਲ ਜੁੜੇ ਹੋਏ ਅਦਾਰੇ ਨੇ ਜੋ ਸਰਕਾਰ ਨੇ ਲਗਾਏ ਨੇ, ਉਹਨਾਂ ਨੂੰ ਸਾਰਿਆਂ ਨੂੰ ਜਾਣਕਾਰੀ ਦਿੱਤੀ। ਪਰ ਮੰਨਿਆ ਇਹ ਜਾ ਰਿਹਾ ਹੈ ਕਿ ਇਹ ਨਿਲਾਮੀ ਵੀ ਹੋ ਜਾਣੀ ਹੈ, ਸਰਕਾਰ ਫਿਰ ਸੁੱਤੀ ਦੀ ਸੁੱਤੀ ਰਹਿ ਜਾਏਗੀ ਜਾਂ ਵਿਭਾਗ ਫਿਰ ਵੀ ਸੁੱਤਿਆ ਰਹਿ ਜਾਏਗਾ। ਇਹਨਾਂ ਦੀ ਗੱਲਬਾਤ ਤੋਂ ਇੱਕ ਹੋਰ ਵੀ ਇੱਕ ਸਾਰਾਂਸ਼ ਨਿਕਲਦਾ ਹੈ ਕਿ ਸਮੇਂ-ਸਮੇਂ 'ਤੇ ਜੋ ਵੀ ਕਾਰਵਾਈ ਹੋਈ, ਉਦੋਂ ਬਾਅਦ ਵਿਦੇਸ਼ਾਂ ਦੀਆਂ ਸਰਕਾਰਾਂ ਨੇ ਤਾਂ ਇਹਦਾ ਸੰਗਿਆਨ ਲਿਆ, ਪਰ ਭਾਰਤ ਦੇਸ਼ ਦੀ ਸਰਕਾਰ ਨੇ, ਇੱਥੋਂ ਦੇ ਮੰਤਰਾਲੇ ਨੇ, ਇੱਥੋਂ ਦੇ ਅਧਿਕਾਰੀਆਂ ਨੇ ਉਨੀ ਜ਼ਿੰਮੇਵਾਰੀ ਨਹੀਂ ਦਿਖਾਈ ਕਿ ਇਹਨੂੰ ਕਿਤੇ ਨਤੀਜੇ 'ਤੇ ਲਿਆਂਦਾ ਜਾ ਸਕੇ। ਤੇ ਦੇਸ਼ ਦੀ ਵਿਰਾਸਤ ਦੇਸ਼ ਦੇ ਵਿੱਚ ਤਾਂ ਪੂਰੇ ਦੇਸ਼ 'ਚ ਪਤਾ ਨਹੀਂ ਕਿੰਨੀ ਕੀ ਵਿਰਾਸਤ ਪਈ ਹੈ, ਪਰ ਇਹ ਚੰਡੀਗੜ੍ਹ ਦੀ ਵਿਰਾਸਤ ਦੀ ਇਕੱਲੀ ਗੱਲ ਹੋ ਰਹੀ ਹੈ ਕਿ ਉਸ ਨੂੰ ਵੀ ਬਚਾਉਣ 'ਚ ਸਾਡਾ ਐਡਾ ਵੱਡਾ ਤੰਤਰ ਸਮਰੱਥ ਨਹੀਂ ਲੱਗ ਰਿਹਾ। ਤੇ ਇਹ ਹੁਣ ਵੀ ਜਦੋਂ ਜੱਗਾ ਜੀ ਅਨੁਸਾਰ ਵੀ 31 ਮਈ ਨੂੰ ਨਿਲਾਮੀ ਹੋਣ ਜਾ ਰਹੀ ਹੈ, ਦੇਖਦੇ ਹਾਂ ਕਿ ਇਹਨਾਂ ਨੇ ਸਾਰੇ ਵਿਭਾਗਾਂ ਨੂੰ ਸਾਰੀਆਂ ਜਾਣਕਾਰੀਆਂ ਦੇ ਦਿੱਤੀਆਂ ਨੇ ਤੇ ਕੀ ਇਹ ਨਿਲਾਮੀ ਰੋਕਣ ਦੇ ਵਿੱਚ ਜ਼ਿੰਮੇਵਾਰੀ ਸਮਝਦੇ ਆ ਭਾਰਤ ਸਰਕਾਰ, ਵੱਡੇ ਮੰਤਰਾਲਿਆਂ,
ਜਾਂ ਚੰਡੀਗੜ੍ਹ ਪ੍ਰਸ਼ਾਸਨ ਇਹਨੂੰ ਰੋਕਣ 'ਚ ਕਾਮਯਾਬ ਹੁੰਦਾ ਹੈ। ਹਾਲਾਂਕਿ ਪਿਛਲੇ 30 ਦੇ ਵਿੱਚ ਜਿੰਨੀਆਂ ਗੱਲਾਂ ਹੋਈਆਂ ਨੇ ਨਹੀਂ ਹੋਇਆ। ਹੋਣਾ ਕੀ ਹੈ, ਲੱਗਦਾ ਹੈ ਕਿ ਜੇ ਇਸੇ ਤਰ੍ਹਾਂ ਦਾ ਰਵੱਈਆ ਰਿਹਾ ਤਾਂ ਚੰਡੀਗੜ੍ਹ ਦੀ ਵਿਰਾਸਤ ਹੀ ਨਹੀਂ, ਪੂਰੇ ਦੇਸ਼ ਦੀ ਵਿਰਾਸਤ ਵੀ ਵਿਦੇਸ਼ਾਂ 'ਚ ਦੇਖਣ ਨੂੰ ਮਿਲੇਗੀ ਅਤੇ ਬਹੁਤ ਵੱਡੀ ਵਿਰਾਸਤ ਇੱਥੋਂ ਦੇ ਲੋਕ ਖੋ ਦੇਣਗੇ ਆਪਦੀ ਗੈਰ ਜ਼ਿੰਮੇਵਾਰਾਨਾ ਰਵੱਈਏ ਕਰਕੇ। ਇਸ ਤਰ੍ਹਾਂ ਦੇ ਮਸਲੇ ਅਸੀਂ ਨਿਰੰਤਰ ਉਠਾਉਂਦੇ ਰਹਾਂਗੇ। ਜਿਹੜੇ ਦੇਸ਼ ਨਾਲ, ਸਾਡੇ ਲੋਕਾਂ ਨਾਲ ਜੁੜੇ ਹੋਏ ਨੇ, ਲਗਾਤਾਰ ਦੇਖਦੇ ਰਹੋ ਸਕਾਈ ਨਿਊਜ਼ ਪੰਜਾਬ।